ਡੀਅਰ ਸਟੂਡੈਂਟਸ, ਵੈਲਕਮ। ਅੱਜ ਦਾ ਜਿਹੜਾ ਇਹ ਕਾਉਂਸਲਿੰਗ ਸੈਸ਼ਨ ਹੈ ਇਹ ਸਪੈਸ਼ਲੀ ਜਿਹੜਾ ਅਸੀਂ ਪਲੱਸ 2 ਦੇ ਜਿਹੜੇ ਵਿਦਿਆਰਥੀ ਹੁਣ ਐਗਜ਼ਾਮ ਜਿਨ੍ਹਾਂ ਦੇ ਹੁਣ ਹੋਣੇ ਸੀ ਤੇ ਰੱਦ ਹੋ ਗਏ ਨੇ ਤੇ ਉਹਨਾਂ ਦਾ ਰਿਜ਼ਲਟ ਜਿਹੜਾ ਹੈਗਾ ਉਹ ਅੰਡਰ ਪ੍ਰੋਸੈਸ ਹੈ, ਉਹਨਾਂ ਦੀ ਗਾਈਡੈਂਸ ਦੇ ਲਈ ਇਹ ਜਿਹੜਾ ਸੈਮੀਨਾਰ ਰੱਖਿਆ ਗਿਆ ਅੱਜ ਦਾ। ਇਸ ਤੋਂ ਇਲਾਵਾ ਜਿਹੜੇ ਸਟੂਡੈਂਟਸ ਇਸ ਸਮੇਂ 10+2 ਦੇ ਵਿੱਚ ਸਟੱਡੀ ਕਰ ਰਹੇ ਨੇ ਉਹਨਾਂ ਲਈ ਵੀ ਇਹ ਲਾਹੇਵੰਦ ਹੈ। ਔਰ ਹਰ ਇੱਕ ਸਟੂਡੈਂਟਸ ਜੋ ਇਸ ਸਮੇਂ ਲਾਕਡਾਊਨ ਦੇ ਦੌਰਾਨ ਕਰੋਨਾ ਦੇ ਦੌਰਾਨ ਜਿਹੜੇ ਆਪਣੀ ਸਟੱਡੀ ਜਾਰੀ ਰੱਖ ਰਿਹਾ ਔਰ ਉਹ ਸਟੂਡੈਂਟਸ ਜਿਹੜੇ ਵਿਦੇਸ਼ਾਂ ਦੇ ਵਿੱਚ ਜਾਣ ਦੇ ਇੱਛੁਕ ਨੇ ਉਹਨਾਂ ਲਈ ਅੱਜ ਇਹ ਬੜਾ ਬੇਸਿਕ ਸੈਮੀਨਾਰ ਹੈ ਜਿਸ ਦੇ ਵਿੱਚ ਬੜੀਆਂ ਮੁੱਢਲੀਆਂ ਗੱਲਾਂ ਅਸੀਂ ਸਾਂਝੀਆਂ ਕਰਾਂਗੇ। ਸੋ ਪਹਿਲਾਂ ਤਾਂ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਕਿਉਂਕਿ ਪੂਰੇ ਵਿਸ਼ਵ ਦੇ ਵਿੱਚ ਜਿਹੜੀ ਇਹ ਕੋਵਿਡ ਦੀ ਬਿਮਾਰੀ ਚੱਲ ਰਹੀ ਹੈ ਤੇ ਅਸੀਂ ਸਾਰੇ ਹੀ ਜੂਝ ਰਹੇ ਹਾਂ, ਇਸ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਵੇਂ ਹੀ ਪਿਛਲੇ ਸਾਲ ਲਗਭਗ 23 ਮਾਰਚ ਨੂੰ ਇਹ ਲਾਕਡਾਊਨ ਸਟਾਰਟ ਹੋਇਆ ਤਾਂ ਲਾਕਡਾਊਨ ਦੇ ਨਾਲ ਜਿਹੜੀਆਂ ਕੁਝ ਸਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਤੇ ਜਦੋਂ ਇਹ ਲਾਕਡਾਊਨ ਹੋਇਆ ਤਾਂ ਕੁਝ ਸਿੱਖਿਆ ਦੇ ਖੇਤਰ ਦੇ ਵਿੱਚ ਕੁਝ ਸਾਨੂੰ ਨਵੀਆਂ ਚੀਜ਼ਾਂ ਕਰਨ ਦਾ ਮੌਕਾ ਵੀ ਮਿਲਿਆ, ਜਿਸ ਦੇ ਵਿੱਚ ਤੁਸੀਂ ਸਾਰਿਆਂ ਨੇ ਜਿਹੜਾ ਹੈਗਾ ਆਨਲਾਈਨ ਐਜੂਕੇਸ਼ਨ ਦੇ ਰਾਹੀਂ ਸਟੱਡੀ ਕੀਤੀ ਹੈ। ਸੋ ਇਹ ਮੇਰੇ ਖਿਆਲ ਦੇ ਵਿੱਚ ਤੁਹਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਤੁਸੀਂ ਆਫਲਾਈਨ ਸਕੂਲ ਐਜੂਕੇਸ਼ਨ ਤੋਂ ਹਟ ਕੇ ਤੁਸੀਂ ਇੱਕਦਮ ਆਨਲਾਈਨ ਐਜੂਕੇਸ਼ਨ ਦੇ ਤਹਿਤ ਤੁਹਾਨੂੰ ਇਹ ਸਿੱਖਿਆ ਹਾਸਲ ਕਰਨੀ ਪਈ। ਪਹਿਲਾਂ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਐਜੂਕੇਸ਼ਨ ਨਾ ਮਾਤਰ ਸੀ। ਸ਼ੁਰੂ ਦੇ ਵਿੱਚ ਸਾਰਿਆਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਔਰ ਜਿਵੇਂ ਹੀ ਤੁਸੀਂ ਤੁਹਾਡੇ ਟੀਚਰਸ ਇਸ ਤੋਂ ਟ੍ਰੇਨਡ ਹੁੰਦੇ ਗਏ ਤੇ ਅੱਜ ਮੈਨੂੰ ਲੱਗਦਾ ਵੀ ਸਾਰੇ ਜਿੰਨੇ ਸਟੂਡੈਂਟਸ ਨੇ ਔਰ ਟੀਚਰਸ ਨੇ ਉਹ ਇਸ ਤੋਂ ਬਹੁਤ ਬਿਹਤਰ ਕੰਮ ਲੈ ਰਹੇ ਨੇ। ਜਦੋਂ ਕਿ ਜਿਹੜੇ ਸਟੂਡੈਂਟਸ ਨੇ ਉਹ ਬਾਹਰਲੀਆਂ ਯੂਨੀਵਰਸਿਟੀਆਂ ਵਿੱਚ ਜਦੋਂ ਜਾਂਦੇ ਨੇ ਤਾਂ ਉਹਨਾਂ ਨੂੰ ਬਹੁਤ ਸਾਰੀ ਸਟੱਡੀ ਜਿਹੜੀ ਹੈਗੀ ਇਸੇ ਤਰ੍ਹਾਂ ਤਰੀਕੇ ਨਾਲ ਆਨਲਾਈਨ ਜਿਹੜੀ ਹੈਗੀ ਹੈ ਉਹ ਕਰਨੀ ਪੈਂਦੀ ਹੈ। ਸੋ ਅੱਜ ਦਾ ਜਿਹੜਾ ਇਹ ਸੈਮੀਨਾਰ ਹੈ ਸਪੈਸ਼ਲੀ ਡੈਡੀਕੇਟਡ ਆ ਉਹ ਸਟੂਡੈਂਟਸ ਨੂੰ ਜਿਹੜਿਆਂ ਨੇ ਹੁਣ ਵੇਟ ਕਰ ਰਹੇ ਨੇ, ਜਿਹੜੇ ਸਟੂਡੈਂਟਸ 10+2 ਦੇ ਰਿਜ਼ਲਟ ਦੀ। ਜਿਵੇਂ ਕਿ ਅਸੀਂ ਆਪਣੀ ਪੋਸਟ ਦੇ ਵਿੱਚ ਸਾਂਝਾ ਕੀਤਾ ਸੀ ਵੀ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੱਸ ਦਈਏ ਕਿ ਤੁਹਾਡਾ ਰਿਜ਼ਲਟ ਜਿਹੜਾ ਹੈਗਾ 10+2 ਦਾ ਉਹ ਕਿਸ ਤਰੀਕੇ ਨਾਲ ਅਵੈਲੂਏਟ ਹੋਣ ਜਾ ਰਿਹਾ, ਉਸ 'ਤੇ ਤੁਹਾਨੂੰ ਕੀ ਪੋਜ਼ੀਟਿਵ ਅਤੇ ਨੈਗੇਟਿਵ ਇਫੈਕਟ ਹੋਣਗੇ, ਕੀ ਤੁਹਾਡਾ ਜਿਹੜਾ ਇਹ ਸਰਟੀਫਿਕੇਟ ਹੈਗਾ ਇਹ ਯੂਨੀਵਰਸਿਟੀ ਦੇ ਵਿੱਚ, ਫੋਰਨ ਯੂਨੀਵਰਸਿਟੀ ਦੇ ਵਿੱਚ, ਕਾਲਜ ਦੇ ਵਿੱਚ ਇਸ ਨੂੰ ਕਿਸ ਤਰੀਕੇ ਨਾਲ, ਕਿਸ ਨਜ਼ਰ ਦੇ ਨਾਲ ਦੇਖਿਆ ਜਾਊਗਾ। ਅੱਜ ਆਪਾਂ ਉਹ ਸਾਰੀਆਂ ਗੱਲਾਂ ਸਾਂਝੀਆਂ ਕਰਾਂਗੇ। ਇਸ ਦੇ ਨਾਲ ਹੀ ਜਿਹੜੇ ਸਟੂਡੈਂਟਸ ਨੇ ਜਿਹੜੇ ਖਾਸ ਤੌਰ 'ਤੇ ਅਬਰੋਡ ਜਾਣ ਦੀ ਇੱਛਾ ਰੱਖਦੇ ਨੇ ਉਹਨਾਂ ਨੂੰ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਕੀ ਵੱਖਰਾ ਕਰਨਾ ਪਊਗਾ ਤੇ ਤੁਹਾਨੂੰ ਹੁਣ ਤੋਂ ਕੀ ਪ੍ਰੀਕਾਸ਼ਨਸ ਲੈਣੀਆਂ ਪੈਣਗੀਆਂ, ਕਿਹੜੇ ਕੰਮ ਨੇ ਤੁਹਾਡੇ ਇਸ ਸਮੇਂ ਦੇ ਵਿੱਚ ਕਰਨ ਵਾਲੇ ਨੇ, ਉਹ ਸਾਰੀਆਂ ਗੱਲਾਂ ਆਪਾਂ ਸਾਂਝੀਆਂ ਕਰਾਂਗੇ। ਇਸ ਦੇ ਨਾਲ ਹੀ ਜਿਹੜੇ ਸਟੂਡੈਂਟਸ ਨੇ ਜਿਹੜੇ ਉਹ ਅੱਗੇ ਕਿਹੜੀ ਇਨਟੇਕ ਦੇ ਵਿੱਚ ਤੁਹਾਡਾ ਜਾਣਾ ਬਿਹਤਰ ਹੋਊਗਾ ਜਾਂ ਤੁਸੀਂ ਜਾ ਸਕੋਗੇ, ਕਿਹੜੀ ਇਨਟੇਕ ਤੁਹਾਡੇ ਲਈ ਹੁਣ ਪੋਸੀਬਲ ਨਹੀਂ ਰਹੀ ਅੱਗੇ ਜਾ ਕੇ। ਇਸ ਸਮੇਂ ਜਿਹੜੇ ਖਾਸ ਤੌਰ 'ਤੇ ਪੰਜਾਬੀ ਨੇ ਉਹਨਾਂ ਦੀ ਫਸਟ ਚੋਇਸ ਕੈਨੇਡਾ ਰਹਿੰਦੀ ਹੈ ਤਾਂ ਉਸ ਦੇ ਵਿੱਚ ਤੁਹਾਡੇ ਕਿਹੜੇ ਏਰੀਏ ਦੇ ਵਿੱਚ ਇਸ ਟਾਈਮ ਕਿਸ ਸਿਚੁਏਸ਼ਨ ਚੱਲ ਰਹੀ ਹੈ, ਤੁਹਾਡੇ ਲਈ ਕਿਹੜੇ ਕੋਰਸ, ਡਿਗਰੀ ਕੋਰਸ, ਡਿਪਲੋਮਾ ਕੋਰਸ ਕਿਹੜੇ ਅਵੇਲੇਬਲ ਨੇ, ਕੀ ਹਾਲਾਤ ਰਹਿਣਗੇ, ਇਸ ਦਾ ਆਪਾਂ ਸਾਰਾ ਜਿਹੜੀ ਹੈਗੀ ਆ ਸਾਂਝੀ ਡਿਸਕਸ਼ਨ ਕਰਾਂਗੇ। ਸੋ ਇਸ ਡਿਸਕਸ਼ਨ ਦੇ ਵਿੱਚ ਜਿਹੜਾ ਅੱਜ ਦਾ ਜਿਹੜਾ ਸੈਸ਼ਨ ਹੋਊਗਾ ਇਹਦੇ ਵਿੱਚ ਅਸੀਂ ਬੇਸਿਕ ਜਾਣਕਾਰੀ ਤੁਹਾਨੂੰ ਦੇਵਾਂਗੇ ਔਰ ਜਿਵੇਂ ਹੀ ਅੱਗੇ ਅਸੀਂ ਤੁਹਾਨੂੰ ਹੋਰ ਜਾਣਕਾਰੀ ਮੁਹੱਈਆ ਕਰਾਉਣ ਦੇ ਲਈ ਅਸੀਂ ਇਸ ਦੇ ਸੈਸ਼ਨ ਜਿਹੜੇ ਨੇ ਉਹ ਕੰਟੀਨਿਊ ਜਾਰੀ ਰੱਖਾਂਗੇ। ਸੈਸ਼ਨ ਲਗਾਤਾਰ ਨੇ ਜਿਹੜੇ ਤੁਹਾਨੂੰ ਜਿਵੇਂ ਤੁਹਾਡੀ ਰਿਕੁਆਇਰਮੈਂਟ ਹੋਊਗੀ ਉਸ ਤਰ੍ਹਾਂ ਹੀ ਤੁਹਾਨੂੰ ਇਹ ਜਾਰੀ ਰਹਿਣਗੇ। ਸੋ ਆਪਾਂ ਸਭ ਤੋਂ ਪਹਿਲਾਂ ਸਮਝਦੇ ਹਾਂ ਵੀ ਜਿਹੜਾ ਵਿਦਿਆਰਥੀਆਂ ਦੇ ਐਗਜ਼ਾਮ ਨੇ ਜਿਹੜੇ 10+2 ਦੇ ਉਹ ਰੱਦ ਹੋ ਚੁੱਕੇ ਨੇ ਤੇ ਉਹ ਰਿਜ਼ਲਟ ਕਿਵੇਂ ਪ੍ਰੋਸੈਸ ਹੋਣ ਜਾ ਰਿਹਾ। ਜਿਸ ਤਰ੍ਹਾਂ 10th ਕਲਾਸ ਦੇ ਰਿਜ਼ਲਟ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਸੀ ਫਾਰਮੂਲੇ 'ਤੇ ਕੰਮ ਹੋਇਆ। ਆਖਰਕਾਰ ਜਿਹੜੇ 10th ਦੇ ਜਿਹੜੇ ਰਿਜ਼ਲਟ ਸੀ, ਪੇਪਰ ਸੀ, ਉਹ ਵੀ ਰੱਦ ਹੋਏ, ਲੇਕਿਨ ਉਸ ਨੂੰ ਰਿਜ਼ਲਟ ਨੂੰ ਤਿਆਰ ਕਰਨ ਦਾ ਜਿਹੜਾ ਫਾਰਮੂਲਾ ਸੀ 10th ਸਟੈਂਡਰਡ ਦਾ ਉਸ ਦੇ ਵਿੱਚ ਜਿਹੜੀ ਸਕੂਲ ਦੀ ਹਿਸਟਰੀ ਨੂੰ ਧਿਆਨ ਦੇ ਵਿੱਚ ਰੱਖਿਆ ਗਿਆ, ਲੇਕਿਨ ਜਿਹੜੀ ਸਟੂਡੈਂਟ ਦੀ ਇੰਡੀਵਿਜੂਅਲ ਪਰਫਾਰਮੈਂਸ ਸੀ ਉਹ ਬਹੁਤ ਘੱਟ ਕਾਊਂਟ ਹੋਈ ਹੈ। ਲੇਕਿਨ ਜਿਹੜੇ 10+2 ਦੇ ਵਿਦਿਆਰਥੀ ਨੇ, ਮੈਂ ਦੱਸਣਾ ਚਾਹੂੰਗਾ ਤੁਹਾਨੂੰ ਥੋੜ੍ਹਾ ਜਿਹਾ ਇਸ ਦੀ ਹਿਸਟਰੀ ਬਾਰੇ। ਇਸ ਦੇ ਵਿੱਚ ਬਹੁਤ ਸਾਰੇ ਮਾਤਾ ਪਿਤਾ ਅਤੇ ਜਿਹੜੇ ਵਿਦਿਆਰਥੀ ਬਹੁਤ ਚਿੰਤਤ ਸੀਗੇ ਅਤੇ ਬਹੁਤ ਸਾਰੇ ਵਿਦਿਆਰਥੀਆਂ ਵੱਲੋਂ ਮਾਨਯੋਗ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ ਵੀ ਸਾਡੇ ਪੇਪਰ ਹੋਰ ਲੇਟ ਨਹੀਂ ਹੋਣੇ ਚਾਹੀਦੇ, ਜਾਂ ਪੇਪਰ ਲੈ ਜਾਣ ਜਾਂ ਰੱਦ ਕਰ ਲਏ ਜਾਣ
ਕੋਈ ਨਾ ਕੋਈ ਫੈਸਲਾ ਲੈ ਲਿਆ ਜਾਵੇ। ਤਾਂ ਇਸ ਤਰੀਕੇ ਦੇ ਨਾਲ ਜਿਹੜਾ ਇਹ ਫੈਸਲਾ ਸੀ 1 ਜੂਨ ਨੂੰ, ਉਹ ਭਾਰਤ ਸਰਕਾਰ ਨੇ ਸਾਰੇ ਦੇਸ਼ ਦੇ ਵਿੱਚ 10+2 ਦੇ ਵਿਦਿਆਰਥੀਆਂ ਦੇ ਪੇਪਰ ਰੱਦ ਕਰ ਦਿੱਤੇ ਸੀ। ਰੱਦ ਕਰਨ ਦੇ ਨਾਲ ਹੀ ਜਿਹੜਾ ਹੈਗਾ ਸੀ, ਮਾਨਯੋਗ ਸੁਪਰੀਮ ਕੋਰਟ ਨੇ CBSE ਨੂੰ 2 ਹਫ਼ਤਿਆਂ ਦਾ ਟਾਈਮ ਦਿੱਤਾ ਸੀ ਵੀ ਉਹ 2 ਹਫ਼ਤਿਆਂ ਦੇ ਦੌਰਾਨ ਕੋਈ ਇਹੋ ਜਿਹਾ ਫਾਰਮੂਲਾ ਦੇਣ ਜਿਸ ਤਹਿਤ ਉਹ ਰਿਜ਼ਲਟ ਤਿਆਰ ਕਰ ਸਕਦੇ ਹੋ। ਤਾਂ CBSE ਨੇ ਆਪਣੀ ਜ਼ਿੰਮੇਵਾਰੀ ਤਹਿਤ ਇੱਕ ਬਹੁਤ ਹੀ ਵਧੀਆ ਫਾਰਮੂਲਾ ਦਿੱਤਾ, ਜਿਸ ਦੇ ਵਿੱਚ ਤੁਹਾਡੇ 10th ਜਿਹੜੇ ਤੁਸੀਂ 2 ਸਾਲ ਪਹਿਲਾਂ ਬੋਰਡ ਐਗਜ਼ਾਮੀਨੇਸ਼ਨ ਦਿੱਤਾ ਸੀ, ਚਾਹੇ ਉਹ CBSE ਸੀ, ਚਾਹੇ ਉਹ ICSE ਸੀ ਜਾਂ ਸਟੇਟ ਬੋਰਡ ਸੀ, ਉਹ ਰਿਜ਼ਲਟ ਨੂੰ ਵੀ ਬੇਸ ਮੰਨਿਆ ਗਿਆ ਤੇ ਉਸ ਦੀ 30% ਵੇਟੇਜ ਜਿਹੜੀ ਹੈਗੀ ਹੈ ਉਹ ਤੁਹਾਡੇ 10th ਕਲਾਸ ਦੇ ਮਾਰਕਸ ਨੂੰ ਦਿੱਤੀ ਜਾਊਗੀ। ਉਹ ਕਿਹੜੇ ਮਾਰਕਸ ਨੂੰ ਦਿੱਤੀ ਜਾਊਗੀ? ਤੁਹਾਡੇ ਜਿਹੜੇ 5 ਸਬਜੈਕਟਸ ਦੇ ਵਿੱਚੋਂ ਬਿਹਤਰ 3 ਸਬਜੈਕਟ ਹੋਣਗੇ, ਉਹਨਾਂ ਦੀ ਔਸਤ ਕੱਢ ਕੇ ਉਸ ਨੂੰ ਹੀ 5 ਸਬਜੈਕਟ ਜਿਹੜੇ ਤੁਹਾਡੇ 10+2 ਦੇ ਨੇ ਉਸ ਦੇ ਵਿੱਚ ਸੇਮ ਮਾਰਕਸ ਨੇ ਜਿਹੜੇ ਉਹ ਐਡ ਕਰ ਦਿੱਤੇ ਜਾਣਗੇ, ਲੇਕਿਨ ਉਸ ਦੀ ਵੇਟੇਜ ਲਈ ਜਾਊਗੀ 30%। ਇਸ ਤੋਂ ਉਪਰੰਤ ਜਿਹੜੇ +1 ਦੇ ਜਿਹੜੇ ਤੁਹਾਡੇ ਕਾਰਗੁਜ਼ਾਰੀ ਸੀ, ਤੁਸੀਂ ਆਪਦੇ ਸਕੂਲ ਦੇ ਵਿੱਚ ਅਸਾਈਨਮੈਂਟਸ ਦਿੱਤੀਆਂ ਸੀ, ਹਾਊਸ ਟੈਸਟ ਦਿੱਤੇ ਸੀ, ਪ੍ਰੀ ਬੋਰਡ ਟੈਸਟ ਦਿੱਤੇ ਸੀ ਜਾਂ ਫਾਈਨਲ ਪੇਪਰ ਦਿੱਤੇ ਸੀ, ਉਹ ਦੇ ਥਿਊਰੀ ਦੇ ਮਾਰਕਸ ਜਿਹੜੇ ਨੇ ਉਸ ਦੀ ਵੀ 30% ਵੇਟੇਜ ਉਸੇ ਸਬਜੈਕਟ ਦੀ ਕਾਊਂਟ ਕਰ ਲਈ ਜਾਊਗੀ। ਜਿਹੜੇ ਸਾਇੰਸ ਵਾਲੇ ਸਟੂਡੈਂਟਸ ਨੇ ਉਹਨਾਂ ਦੇ ਆਪਣੇ 5 ਸਬਜੈਕਟਾਂ ਦੀ, ਜਿਹੜੇ ਕਾਮਰਸ ਵਾਲੇ ਨੇ ਉਹਨਾਂ ਦੇ ਆਪਣਿਆਂ ਦੀ, ਹਿਊਮੈਨਿਟੀਜ਼ ਦੇ ਅਲੱਗ, ਤੇ ਇਸੇ ਤਰ੍ਹਾਂ ਹੀ ਜਿਹੜੇ ਨਾਨ ਮੈਡੀਕਲ ਦੇ ਅਲੱਗ-ਅਲੱਗ ਉਸੇ ਤਰ੍ਹਾਂ ਕਾਊਂਟ ਕਰ ਲਏ ਜਾਣਗੇ। 40% ਜਿਹੜੀ ਵੇਟੇਜ ਦਿੱਤੀ ਗਈ ਹੈ ਉਹ ਦਿੱਤੀ ਗਈ ਹੈ +2 ਦੇ ਜੋ ਤੁਸੀਂ ਇਸ ਸਾਲ ਹਾਊਸ ਟੈਸਟ ਦਿੱਤੇ ਨੇ, ਕਲਾਸ ਟੈਸਟ ਦਿੱਤੇ ਨੇ ਜਾਂ ਪ੍ਰੀ ਬੋਰਡ ਟੈਸਟ ਦਿੱਤੇ ਨੇ, ਕਿਉਂਕਿ ਜਿਹੜੇ ਫਾਈਨਲਸ ਦੇ ਪੇਪਰ ਤੁਹਾਡੇ ਰੱਦ ਹੋ ਚੁੱਕੇ ਨੇ। ਸੋ ਉਸ ਦੇ ਬੇਸਿਸ ਦੇ ਉੱਤੇ 40% ਮਾਰਕਸ ਨੇ ਜਿਹੜੇ ਤੁਹਾਡੇ ਸਕੂਲ 'ਚ ਨੇ ਲਗਾਉਣੇ ਨੇ। ਇਸ ਤਰ੍ਹਾਂ 30 + 30 + 40 ਮਿਲਾ ਕੇ ਥਿਊਰੀ ਦੇ ਜਿਹੜੇ ਅਸੈਸਮੈਂਟ ਹੈ ਇਸ ਤਰ੍ਹਾਂ ਤੁਹਾਡੀ ਕਾਊਂਟ ਹੋਊਗੀ। ਲੇਕਿਨ ਜਿਹੜੀ ਤੁਹਾਡੀ +2 ਦੀ ਇੰਟਰਨਲ ਅਸੈਸਮੈਂਟ ਹੈ ਜਾਂ ਪ੍ਰੈਕਟੀਕਲ ਐਗਜ਼ਾਮੀਨੇਸ਼ਨ ਦੇ ਮਾਰਕਸ ਨੇ ਉਹ ਤੁਹਾਡੇ ਐਜ਼ ਇਟ ਇਜ਼ ਨਾਲ ਐਡ ਹੋ ਜਾਣੇ ਨੇ। ਸੋ ਇਸ ਲਈ ਜਦੋਂ ਤੁਹਾਡੀ 10+2 ਦੀ ਮਾਰਕਸ਼ੀਟ ਤੁਹਾਨੂੰ ਇਸ਼ੂ ਹੋਣੀ ਹੈ, ਜੋ ਕਿ CBSE ਨੇ ਕਿਹਾ ਕਿ 31 ਜੁਲਾਈ ਨੂੰ ਅਸੀਂ ਰਿਜ਼ਲਟ ਅਨਾਉਂਸ ਕਰ ਦੇਣਾ, ਤਾਂ ਉਹ ਜਿਹੜਾ ਤੁਹਾਨੂੰ ਸਰਟੀਫਿਕੇਟ ਮਿਲੇਗਾ ਉਸ ਦੇ ਵਿੱਚ ਪ੍ਰੋਪਰ ਲਿਖਿਆ ਹੋਊਗਾ ਵੀ ਕਿਹੜੇ ਸਬਜੈਕਟ ਦੇ ਵਿੱਚੋਂ ਤੁਸੀਂ ਕਿੰਨੇ ਮਾਰਕਸ ਨੇ ਜਿਹੜੇ ਉਹ ਪ੍ਰਾਪਤ ਕੀਤੇ ਨੇ। ਔਰ ਇਸ ਦੇ ਨਾਲ ਹੀ ਜਿਹੜੇ ਸਟੂਡੈਂਟਸ ਨੇ ਜਿਹੜੇ ਉਹ ਸਟੇਟ ਬੋਰਡ ਤੋਂ ਜਿਨ੍ਹਾਂ ਨੇ 10+2 ਕੀਤੀ ਹੈ ਜਾਂ ਕਰ ਰਹੇ ਸੀ, ਤਾਂ ਉਹਨਾਂ ਨੇ ਵੀ ਸਟੇਟ ਬੋਰਡ ਨੇ ਇਹੋ ਫਾਰਮੂਲਾ ਜੋ CBSE ਨੇ ਦੱਸਿਆ ਸੀ ਉਹ ਅਡਾਪਟ ਕਰ ਲਿਆ। ਇਸੇ ਤਰ੍ਹਾਂ ICSE ਨੇ ਵੀ ਸੇਮ ਫਾਰਮੂਲਾ ਅਡਾਪਟ ਕੀਤਾ। ਇਸ ਤਰ੍ਹਾਂ ਦੇ ਨਾਲ ਜਿੰਨੇ ਵੀ ਸਟੂਡੈਂਟਸ ਨੇ ਪੂਰੇ ਦੇਸ਼ ਦੇ ਵਿੱਚ ਉਹਨਾਂ ਨੂੰ ਇੱਕੋ ਤਰੀਕੇ ਨਾਲ ਅਸੈਸਮੈਂਟ ਕੀਤੀ ਜਾਊਗੀ, ਤਾਂ ਕਿ ਤੁਹਾਡੇ ਵਿੱਚ ਕੋਈ ਵਖਰੇਵਾ ਨਾ ਰਹੇ, ਤੁਹਾਡੇ ਨਾਲ ਕੋਈ ਭੇਦਭਾਵ ਨਾ ਹੋਵੇ। ਔਰ ਇਸ ਦੇ ਨਾਲ ਹੀ ਜਿਹੜਾ ਰਿਜ਼ਲਟ ਹੈਗਾ ਇਸ ਫਾਰਮੂਲੇ ਦੇ ਨਾਲ ਉਹ 31 ਜੁਲਾਈ ਨੂੰ ਜਿਹੜਾ ਅਨਾਉਂਸ ਹੋ ਜਾਣਾ। ਤਾਂ ਮੈਂ ਸਮਝਦਾ ਵੀ ਜਿਹੜਾ ਇਹ ਰਿਜ਼ਲਟ ਤੁਹਾਡਾ ਅਨਾਉਂਸ ਹੋ ਰਿਹਾ ਇਹ ਬਹੁਤ ਜ਼ਿਆਦਾ ਲੇਟ ਨਹੀਂ ਹੈਗਾ। ਪਹਿਲਾਂ ਇਹ ਜੀ ਆਸ਼ੰਕਾ ਸੀਗੀ ਵੀ ਜਿਹੜਾ ਰਿਜ਼ਲਟ ਹੋਊਗਾ ਸ਼ਾਇਦ ਇਹ ਪਿਛਲੇ ਸਾਲਾਂ ਦੇ ਨਾਲੋਂ ਕਾਫੀ ਜ਼ਿਆਦਾ ਲੇਟ ਹੋ ਜਾਊਗਾ, ਲੇਕਿਨ ਜੋ ਫਾਰਮੂਲਾ ਇਸ ਸਮੇਂ ਦਿੱਤਾ ਗਿਆ ਉਸ ਦੇ ਮੁਤਾਬਕ ਜਿਹੜਾ ਰਿਜ਼ਲਟ ਹੈ ਉਹ ਲਗਭਗ 31 ਜੁਲਾਈ ਨੂੰ ਆ ਜਾਣਾ ਹੈ। ਹੁਣ ਰਿਜ਼ਲਟ ਆਉਣ ਦੇ ਦੌਰਾਨ ਹੁਣ ਆਪਾਂ ਗੱਲ ਕਰ ਲਈਏ ਉਹ ਵਿਦਿਆਰਥੀਆਂ ਦੀ ਜਿਹੜਿਆਂ ਨੇ ਵਿਦੇਸ਼ਾਂ ਦੇ ਵਿੱਚ ਜਾਣਾ, ਉਹਨਾਂ ਲਈ ਕਾਫੀ ਇਸ ਸਮੇਂ ਚੈਲੰਜਸ ਨੇ। ਸਭ ਤੋਂ ਪਹਿਲਾਂ ਤਾਂ ਉਹ ਵਿਦਿਆਰਥੀਆਂ ਲਈ ਜਿਹੜੀ ਰਿਕੁਆਇਰਮੈਂਟ ਹੁੰਦੀ ਹੈ ਵੀ ਉਹਨਾਂ ਕੋਲ ਪਾਸਪੋਰਟ ਹੋਣਾ ਚਾਹੀਦਾ ਹੈ। ਪਾਸਪੋਰਟ ਦੇ ਨਾਲ ਹੀ ਉਹ IELTS ਦੇ ਵਿੱਚ ਜਿਹੜੇ ਨੇ ਉਹ ਆਪਦੀ ਰਜਿਸਟ੍ਰੇਸ਼ਨ ਕਰਵਾ ਸਕਣਗੇ, ਇਸ ਤੋਂ ਬਿਨਾਂ ਰਜਿਸਟ੍ਰੇਸ਼ਨ ਨਹੀਂ ਹੁੰਦੀ। ਸੋ ਇਸ ਲਈ ਅਗਰ ਤੁਹਾਡੇ ਵਿੱਚੋਂ ਉਹ ਸਟੂਡੈਂਟਸ ਜਿਹੜੇ 18 ਇਅਰਸ ਏਜ ਪੂਰੀ ਕਰ ਚੁੱਕੇ ਨੇ, ਤਾਂ ਆਪਣਾ ਨਵਾਂ ਪਾਸਪੋਰਟ ਜਿਹੜੇ ਆ ਉਹ ਰਜਿਸਟ੍ਰੇਸ਼ਨ ਹੋ ਰਹੀਆਂ ਨੇ, ਖੁੱਲ੍ਹੇ ਹੋਏ ਨੇ, ਉਹ ਅਪਲਾਈ ਕਰਨ। ਉਸ ਤੋਂ ਤੁਰੰਤ ਤੁਹਾਡਾ ਫਰਜ਼ ਬਣਦਾ ਵੀ ਤੁਸੀਂ ਨੀਅਰੈਸਟ IELTS ਦੀ ਡੇਟ ਲੈ ਕੇ ਉਹ 'ਤੇ ਉਸ ਦੀ ਤਿਆਰੀ ਸਟਾਰਟ ਕਰ ਦਿਓ। ਔਰ ਇਸ ਦੇ ਨਾਲ ਹੀ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ, ਜਦੋਂ ਤੁਸੀਂ ਤੁਹਾਡਾ ਆਫਰ ਲੈਟਰ ਆਉਂਦਾ ਜਾਂ ਤੁਸੀਂ ਅਪਲਾਈ ਕਰਦੇ ਹੋ, ਤੁਹਾਨੂੰ ਇੱਕਦਮ ਉਹਨਾਂ ਦੀ ਜ਼ਰੂਰਤ ਪੈਂਦੀ ਹੈ। ਸੋ ਉਹਨਾਂ ਚੀਜ਼ਾਂ ਦਾ ਮੈਂ ਸਭ ਤੋਂ ਪਹਿਲਾਂ ਉਹ ਸਾਰੇ ਡਾਕੂਮੈਂਟਸ ਦੀ ਗੱਲ ਕਰੂੰਗਾ ਜੋ ਤੁਹਾਨੂੰ ਹੁਣ ਤੋਂ ਹੀ ਤਿਆਰ ਕਰ ਲੈਣੇ ਚਾਹੀਦੇ ਨੇ। ਜਿਸ ਤਰ੍ਹਾਂ ਆਪਾਂ ਗੱਲ ਕਰੀਏ ਵੀ ਤੁਹਾਡਾ ਕਿਸੇ ਬੈਂਕ ਦੇ ਵਿੱਚ ਅਕਾਊਂਟ ਨੰਬਰ ਇੱਥੇ, ਔਰ ਤੁਹਾਡਾ ਪੈਨ ਕਾਰਡ ਜਿਹੜਾ ਹੈਗਾ, ਅਗਰ ਤੁਸੀਂ 18 ਸਾਲ ਦੀ ਏਜ ਅਟੇਨ ਕਰ ਚੁੱਕੇ ਹੋ ਤਾਂ ਤੁਹਾਡਾ ਪੈਨ ਕਾਰਡ,
ਔਰ ਜਦੋਂ ਤੁਹਾਡਾ ਕੁਛ ਇਹੋ ਜਿਹੀ ਫੀਸ ਦੀ ਅਮਾਊਂਟ ਹੁੰਦੀ ਹੈ ਜਿਹੜੀ ਤੁਹਾਡੇ ਪੇਰੈਂਟਸ ਦੇ ਅਕਾਊਂਟ ਦੇ ਵਿੱਚੋਂ ਟ੍ਰਾਂਸਫਰ ਹੋਣੀ ਹੁੰਦੀ ਹੈ, ਤਾਂ ਤੁਹਾਡੇ ਮਦਰ ਤੇ ਫਾਦਰ ਦਾ ਵੀ ਜਿਹੜਾ ਪੈਨ ਕਾਰਡ ਜਿਹੜਾ ਹੈਗਾ ਉਹ ਬਣਿਆ ਹੋਣਾ ਚਾਹੀਦਾ ਹੈ। ਸੋ ਅਗਰ ਉਹਨਾਂ ਦਾ ਨਹੀਂ ਬਣਿਆ ਹੋਇਆ ਤਾਂ ਤੁਹਾਡਾ ਫਰਜ਼ ਬਣਦਾ ਪਹਿਲਾਂ ਆਪਣਾ ਪਾਸਪੋਰਟ ਦੇ ਨਾਲ ਆਪਣਾ ਪੈਨ ਕਾਰਡ ਦੇ ਨਾਲ ਹੀ ਆਪਣਾ ਮਦਰ ਫਾਦਰ ਦਾ ਜਿਹੜਾ ਹੈਗਾ ਉਹ ਪੈਨ ਕਾਰਡ ਵੀ ਤੁਹਾਨੂੰ ਅਪਲਾਈ ਕਰ ਦੇਣਾ ਚਾਹੀਦਾ ਹੈ। ਤੇ ਇਸ ਦੇ ਨਾਲ ਹੀ ਫਿਰ ਉਸ ਤੋਂ ਅਗਲਾ ਦੌਰ ਸ਼ੁਰੂ ਹੁੰਦਾ, ਤੁਹਾਨੂੰ ਤੁਰੰਤ ਆਇਲਟਸ ਦੀ ਤਿਆਰੀ ਸਟਾਰਟ ਕਰ ਦੇਣੀ ਚਾਹੀਦੀ ਹੈ। ਔਰ ਜੇਕਰ ਕਿਸੇ ਵਿਦਿਆਰਥੀ ਦੀ ਪਹਿਲਾਂ ਹੀ ਪਾਸਪੋਰਟ ਬਣਿਆ ਹੋਇਆ ਜਾਂ ਕੁਝ ਹੋਰ ਸਾਰੀਆਂ ਫਾਰਮੈਲਿਟੀ ਪੂਰੀਆਂ ਨੇ, ਤਾਂ ਉਸ ਨੂੰ ਚਾਹੀਦਾ ਵੀ ਉਹ ਨੀਅਰੈਸਟ ਡੇਟ ਲੈ ਕੇ ਇਸ ਦੀ ਪੂਰੀ ਕੋਚਿੰਗ ਲੈ ਕੇ ਇਸ ਦੇ ਐਗਜ਼ਾਮ ਦੇ ਵਿੱਚ ਤੁਸੀਂ ਅਪੀਅਰ ਹੋਵੋ। ਕਿਉਂਕਿ ਜਿਹੜਾ ਤੁਹਾਡਾ ਆਇਲਟਸ ਦਾ ਸਰਟੀਫਿਕੇਟ ਹੈ ਐਟਲੀਸਟ ਘੱਟ ਤੋਂ ਘੱਟ ਇਹ 2 ਸਾਲ ਦੀ ਵੈਲਿਡਿਟੀ ਹੁੰਦੀ ਹੈ। ਇਹ ਨਾ ਹੋਵੇ ਵੀ ਤੁਸੀਂ ਰਿਜ਼ਲਟ ਦੀ ਉਡੀਕ ਦੇ ਵਿੱਚ ਬੈਠੇ ਰਹੋ ਅਤੇ ਸੋਚੋ ਵੀ ਉਸ ਤੋਂ ਬਾਅਦ ਸ਼ਾਇਦ ਅਸੀਂ ਇਸ ਤਰ੍ਹਾਂ ਕਰਾਂਗੇ। ਕਿਉਂਕਿ ਮੈਂ ਦੱਸਣਾ ਚਾਹੁੰਦਾ ਵੀ ਜਿਹੜੇ ਸਟੂਡੈਂਟਸ ਨੇ ਜਿਹੜੇ ਖਾਸ ਤੌਰ 'ਤੇ ਕੈਨੇਡਾ ਦੇ ਇੱਛੁਕ ਨੇ, ਉਹਨਾਂ ਦੇ ਲਈ ਸਤੰਬਰ ਇਨਟੇਕ ਜਿਹੜੀ ਹੈਗੀ ਆ, ਜਿਹੜੀ ਵੱਡੀ ਇਨਟੇਕ ਹੁੰਦੀ ਹੈ, ਉਸ ਦੇ ਵਿੱਚ ਐਡਮਿਸ਼ਨ ਜਿਹੜੀ ਹੈਗੀ ਆ ਉਹ ਪੋਸੀਬਲ ਨਹੀਂ ਹੋਣੀ ਇਸ ਸਮੇਂ। ਕਿਉਂਕਿ ਬਹੁਤ ਰੇਅਰ ਉੱਥੇ ਕਿਸੇ ਕਾਲਜ ਦੇ ਵਿੱਚ ਤੁਹਾਨੂੰ ਸੀਟ ਅਵੇਲੇਬਲ ਹੋ ਸਕਦੀ ਹੈ। ਹੁਣ ਤੁਹਾਡਾ ਨੈਕਸਟ ਟਾਰਗੇਟ ਹੋਊਗਾ ਜਨਵਰੀ ਇਨਟੇਕ ਵੀ ਕਾਫੀ ਵੱਡੀ ਇਨਟੇਕ ਮੰਨੀ ਜਾਂਦੀ ਹੈ ਸਤੰਬਰ ਦੀ ਤਰ੍ਹਾਂ। ਤੇ ਇਸ ਤੋਂ ਬਾਅਦ ਜਿਹੜੀ ਮਈ ਇਨਟੇਕ ਹੁੰਦੀ ਹੈ ਉਹ ਬੜੀ ਛੋਟੀ ਇਨਟੇਕ ਹੁੰਦੀ ਹੈ, ਉਸ ਦੇ ਵਿੱਚ ਬਹੁਤ ਘੱਟ ਸੀਟਾਂ ਜਿਹੜੀਆਂ ਅਵੇਲੇਬਲ ਹੁੰਦੀਆਂ ਨੇ। ਸੋ ਇਸ ਲਈ ਮੈਂ ਸਮਝਦਾ ਵੀ ਜਿਹੜੇ ਸਟੂਡੈਂਟਸ ਨੇ ਬਹੁਤ ਤਰੀਕੇ ਨਾਲ ਬੜੇ ਧਿਆਨ ਨਾਲ ਚੱਲਣਗੇ, ਸਿਰਫ ਉਹੀ ਜਨਵਰੀ ਇਨਟੇਕ ਦੇ ਲਈ ਜਿਹੜੇ ਨੇ ਆਪਦੇ ਆਪ ਨੂੰ ਯੋਗ ਸਮਝਣਗੇ। ਔਰ ਨਾਲ ਹੀ ਕੁਛ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਵਿੱਚ ਐਡਾ ਵੱਡਾ ਟਾਈਮ ਗੈਪ ਹੁੰਦਾ ਜਿਹੜਾ ਤੁਸੀਂ ਕਵਰ ਨਹੀਂ ਕਰ ਸਕਦੇ। ਮੈਂ ਇੱਥੇ ਦੱਸਣਾ ਚਾਹੂੰਗਾ ਵੀ ਜਿਹੜੇ ਸਟੂਡੈਂਟਸ ਬਾਹਰ ਜਾਣਗੇ ਤਾਂ ਉਹਨਾਂ ਲਈ ਵੈਕਸੀਨੇਸ਼ਨ ਜਿਹੜੀ ਮਸਟ ਹੈਗੀ ਹੈ। ਔਰ ਆਪਣੇ ਇੰਡੀਆ ਦੇ ਵਿੱਚ ਜਿਹੜੀ ਵੈਕਸੀਨੇਸ਼ਨ 2 ਲੱਗ ਰਹੀਆਂ ਨੇ, ਉਹਨਾਂ ਵਿੱਚੋਂ ਕੋਵਾਸ਼ੀਲਡ ਜਿਹੜੀ ਹੈਗੀ ਹੈ ਉਹ ਅਪਰੂਵਡ ਹੈ। ਅਗਰ ਤੁਹਾਡੀਆਂ 2 ਵੈਕਸੀਨੇਸ਼ਨ ਇਹ ਕੰਪਲੀਟ ਹੋਣਗੀਆਂ ਤਦ ਹੀ ਤੁਸੀਂ ਜਿਹੜਾ ਹੈਗਾ ਅਬਰੋਡ ਜਾ ਸਕੋਗੇ। ਸੋ ਇਸ ਲਈ ਤੁਹਾਡਾ ਇਹ ਵੀ ਫਰਜ਼ ਬਣਦਾ ਕਿ ਤੁਰੰਤ ਤੁਸੀਂ ਜਿਹੜਾ ਹੈਗਾ ਇਹ ਵੈਕਸੀਨ ਦਾ ਪਹਿਲਾ ਇੰਜੈਕਸ਼ਨ ਲਓ, ਤਾਂ ਕਿ ਉਸ ਤੋਂ ਬਾਅਦ ਜਿਹੜਾ 45 ਡੇਜ਼ ਦਾ ਗੈਪ ਹੈ ਜਾਂ 60 ਡੇਜ਼ ਦਾ ਗੈਪ ਹੈਗਾ ਉਹ ਤੁਹਾਨੂੰ ਪੂਰਾ ਕਰਨ ਦਾ ਮੌਕਾ ਮਿਲੇ। ਔਰ ਉਸ ਤੋਂ ਬਾਅਦ ਵੀ ਫਿਰ ਅੱਗੇ ਉਹ 14 ਡੇਜ਼ ਦੀ ਹੋਰ ਵੇਟਿੰਗ ਰੱਖਦੇ ਨੇ। ਸੋ ਇਸ ਲਈ ਜਿੱਥੇ ਬਾਕੀ ਜਿਹੜੇ ਡਾਕੂਮੈਂਟਸ ਨੇ ਜਿਹੜੇ ਉਹ ਕੰਪਲਸਰੀ ਹੋ ਗਏ ਨੇ, ਉਸ ਦੇ ਨਾਲ ਹੀ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਉਹ ਵੀ ਕੰਪਲਸਰੀ ਹੋ ਚੁੱਕੀਆਂ ਨੇ। ਸੋ ਆਇਲਟਸ ਜਿਹੜੀ ਮੈਂ ਗੱਲ ਕਰ ਰਿਹਾ ਇਸ ਦੀ ਤੁਸੀਂ ਰਜਿਸਟ੍ਰੇਸ਼ਨ ਕਰਵਾ ਕੇ ਜਿਵੇਂ ਹੀ ਆਪਣੀ ਤਿਆਰੀ ਸ਼ੁਰੂ ਕਰੋਗੇ, ਉਸ ਦੇ ਨਾਲ ਹੀ ਪੈਰਲਲ ਤੁਹਾਨੂੰ ਬਹੁਤ ਸਾਰੇ ਕੰਮ ਨੇ ਜਿਹੜੇ ਤਿਆਰੀਆਂ ਨੇ ਉਹ ਸ਼ੁਰੂ ਕਰ ਦੇਣੇ ਚਾਹੀਦੇ ਨੇ। ਕਿਉਂਕਿ ਮੈਂ ਸਮਝਦਾ ਵੀ ਜਿਹੜੇ 10+2 ਦੇ ਤੁਸੀਂ ਵਿਦਿਆਰਥੀ ਹੋ, ਹੁਣ ਤੱਕ ਤੁਹਾਡੇ ਮਾਤਾ ਪਿਤਾ ਤੁਹਾਡਾ ਧਿਆਨ ਰੱਖਦੇ ਰਹੇ ਨੇ, ਤੁਹਾਡਾ ਖਾਣ ਦਾ ਪਹਿਨਣ ਦਾ ਸਾਰਾ ਕੁਝ। ਜਿਵੇਂ ਹੀ ਬੱਚੇ ਮਾਈਗ੍ਰੇਟ ਹੁੰਦੇ ਨੇ ਬਾਹਰ, ਤਾਂ ਇੱਕਦਮ ਉਹਨਾਂ ਨੂੰ ਸੈਲਫ ਡਿਪੈਂਡੈਂਟ ਹੋਣਾ ਪੈਂਦਾ। ਬਹੁਤ ਸਾਰੇ ਕੰਮ ਇਹੋ ਜਿਹੇ ਹੁੰਦੇ ਨੇ ਜਿਹੜੇ ਤੁਹਾਨੂੰ ਖੁਦ ਹੀ ਕਰਨੇ ਪੈਂਦੇ ਨੇ। ਬਹੁਤ ਸਾਰੇ ਕੀ ਲਗਭਗ ਤੁਹਾਨੂੰ ਸਾਰੇ ਕੰਮ ਹੀ ਉੱਥੇ ਖੁਦ ਕਰਨੇ ਪੈਂਦੇ ਨੇ। ਸੋ ਜਿਹੜਾ ਹੁਣ ਤੁਹਾਡੇ ਕੋਲ ਸਮਾਂ ਹੈ, ਜਿਹੜੇ ਬੱਚਿਆਂ ਦਾ ਇਰਾਦਾ ਪੱਕਾ ਹੈ ਵੀ ਅਸੀਂ ਬਾਹਰ ਜਾਣਾ, ਉਹਨਾਂ ਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਸਕਿੱਲਸ ਨੇ ਜਿਹੜੀਆਂ ਇਸ ਦੌਰਾਨ ਸਿੱਖ ਲੈਣੀਆਂ ਚਾਹੀਦੀਆਂ ਨੇ, ਜਿਹੜੀਆਂ ਉੱਥੇ ਜਾ ਕੇ ਤੁਹਾਡੇ ਲਈ ਸਹਾਈ ਹੋਣ। ਜਿਵੇਂ ਉਸ ਦੇ ਵਿੱਚ ਸਭ ਤੋਂ ਪਹਿਲੀ ਆ ਜਾਂਦੀ ਹੈ ਜੀ ਕੁਕਿੰਗ। ਇਹ ਵੀ ਇੱਕ ਸਕਿੱਲ ਹੈ ਜਿਹੜੀ ਤੁਹਾਡੇ ਆਪਣੇ ਉੱਥੇ ਰਹਿਣ ਸਹਿਣ ਦੇ ਕੰਮ ਆਊਗੀ ਔਰ ਕਿਤੇ ਤੁਹਾਨੂੰ ਇਹ ਜੌਬ ਦੇ ਵਿੱਚ ਵੀ ਹੈਲਪ ਕਰੂਗੀ। ਉਸੇ ਤਰ੍ਹਾਂ ਜਿਹੜੇ ਕੁਝ ਡਰਾਈਵਿੰਗ ਹੈ, ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਹਾਲਾਂਕਿ ਇਹ ਡਰਾਈਵਿੰਗ ਲਾਇਸੈਂਸ ਉੱਥੇ ਨਹੀਂ ਚੱਲਦਾ, ਲੇਕਿਨ ਅਗਰ ਤੁਹਾਡਾ 8 ਮੰਥਸ ਜਾਂ ਸਾਲ ਦਾ ਉੱਥੇ ਪੀਰੀਅਡ ਪਹਿਲਾਂ ਹੀ ਪੂਰਾ ਹੋਇਆ ਤਾਂ ਉੱਥੇ ਕਿਤੇ ਨਾ ਕਿਤੇ ਤੁਹਾਡਾ ਕੁਝ ਜਿਹੜਾ ਪ੍ਰੋਸੈਸ ਹੈਗਾ ਉਸ ਨੂੰ ਸ਼ਾਰਟ ਕਰ ਦਿੰਦਾ ਔਰ ਉਹ ਤੁਹਾਨੂੰ ਬਣਵਾ ਲੈਣਾ ਚਾਹੀਦਾ ਇੱਥੇ। ਔਰ ਇਸ ਦੇ ਨਾਲ ਹੀ ਕੁਝ ਇਹੋ ਜਿਹੀਆਂ ਸਕਿੱਲਸ ਨੇ ਜਿਹੜੀਆਂ ਉੱਥੇ ਬੜੀਆਂ ਰਿਕਗਨਾਈਜ਼ ਕੀਤੀਆਂ ਜਾਂਦੀਆਂ ਨੇ। ਜਿਵੇਂ ਤੁਸੀਂ ਜਿਹੜਾ ਹੈਗਾ ਵੈਲਡਿੰਗ ਹੈਗੀ ਹੈ, ਮਕੈਨਿਕਸ ਹੈਗੇ ਨੇ, ਜਿਵੇਂ ਤੁਸੀਂ ਆਪਣਾ ਮੋਬਾਈਲ ਰਿਪੇਅਰ ਹੈਗੀ ਹੈ, ਲੈਪਟਾਪ ਰਿਪੇਅਰ ਹੈਗਾ। ਸੋ ਇਹੋ ਜਿਹੀਆਂ ਜਿਹੜੇ ਸਕਿੱਲਸ ਨੇ, ਕਿਉਂਕਿ ਜਿਹੜੇ ਮੋਸਟਲੀ ਵਿਦਿਆਰਥੀ ਜਾਂਦੇ ਨੇ ਉੱਥੋਂ ਦੇ ਐਕਸਪੈਂਸਿਸ ਨੂੰ ਮੀਟ ਕਰਨ ਦੇ ਲਈ ਉਹ ਸਟੱਡੀ ਦੇ ਨਾਲ ਮੋਸਟਲੀ ਸਾਰੇ ਹੀ ਜਿਹੜਾ ਵਰਕ ਕਰਦੇ ਨੇ। ਸੋ ਵਰਕ ਤੁਹਾਨੂੰ ਰਿਸਪੈਕਟੇਬਲ ਮਿਲੇ ਔਰ ਰਿਸਪੈਕਟੇਬਲ ਜਗ੍ਹਾ ਦੇ ਉੱਤੇ ਮਿਲੇ, ਆਸਾਨੀ ਨਾਲ ਮਿਲ ਜੇ। ਇਸ ਲਈ ਤੁਹਾਨੂੰ ਇਹ ਜਿਹੜੀਆਂ ਸਕਿੱਲਸ ਨੇ ਜਿਹੜੀਆਂ ਮੈਂ ਸਮਝਦਾ ਇੱਥੇ ਸਿੱਖ ਲੈਣੇ ਚਾਹੀਦੀਆਂ ਨੇ, ਚਾਹੇ ਉਹ ਕਿਸੇ ਬਿਊਟੀਸ਼ੀਅਨ ਦਾ ਕੋਰਸ ਹੋਵੇ, ਕਿਸੇ ਤਰ੍ਹਾਂ ਦਾ ਕੋਰਸ ਹੋਵੇ, ਕੁਕਿੰਗ ਦਾ ਕੋਰਸ ਹੈਗਾ। ਕਿਉਂਕਿ ਉੱਥੇ ਜਿਹੜੀ ਆ ਤੁਸੀਂ ਜਦੋਂ ਇਸ ਸਟੇਜ 'ਤੇ ਖਾਸ ਤੌਰ 'ਤੇ 10+2 ਦੇ ਸਟੂਡੈਂਟਸ ਜਾਓਗੇ ਤਾਂ ਤੁਹਾਡੇ ਲਈ ਕੋਈ ਉੱਥੇ ਇਹੋ ਜਿਹੀਆਂ ਜੌਬਸ ਨਹੀਂ ਹੁੰਦੀਆਂ ਜਿਹੜੀਆਂ ਕੋਈ ਤੁਹਾਡੀ ਸਟੱਡੀ ਦੇ ਬੇਸ 'ਤੇ ਹੋਣ, ਕਿਉਂਕਿ ਸਟੱਡੀ ਆਪਣੀ ਸਿਰਫ 10+2 ਹੀ ਹੈ। ਇਸ ਲਈ ਤੁਹਾਨੂੰ ਜਿਹੜਾ ਹੈਗਾ ਉੱਥੇ ਜਿਹੜਾ ਇਸ ਤਰ੍ਹਾਂ ਦੇ ਵਰਕ ਕਰਨੇ ਪੈਂਦੇ ਨੇ ਔਰ ਉਹ ਵਰਕ ਵੀ ਅੱਜ ਦੀ ਡੇਟ ਦੇ ਵਿੱਚ ਉੱਥੇ ਕਾਫੀ ਪ੍ਰੋਬਲਮ ਹੈ। ਜਿਸ ਤਰ੍ਹਾਂ ਲਾਕਡਾਊਨ ਦੇ ਦੌਰਾਨ, ਇਸ ਕੋਵਿਡ ਦੇ ਦੌਰਾਨ ਆਪਣੇ ਕੰਟਰੀ ਦੇ ਵਿੱਚ ਵੀ ਬਹੁਤ ਸਾਰੇ ਬਿਜ਼ਨਸ ਨੇ ਜਿਹੜੇ ਅਫੈਕਟਡ ਹੋਏ ਨੇ
ਇਸੇ ਤਰ੍ਹਾਂ ਬਾਹਰਲੇ ਕੰਟਰੀਆਂ ਵਿੱਚ ਵੀ ਬਹੁਤ ਸਾਰੇ ਕੰਮ ਨੇ ਜਿਹੜੇ ਪ੍ਰਭਾਵਿਤ ਹੋਏ ਨੇ, ਜੌਬਸ ਘਟੀਆਂ ਨੇ, ਕੰਮ ਘਟਿਆ ਹੈ। ਲੇਕਿਨ ਜਿਹੜੇ ਸਕਿਲਡ ਪਰਸਨਸ ਹੋਣਗੇ ਉਹਨਾਂ ਲਈ ਥੋੜ੍ਹਾ ਆਸਾਨ ਹੋ ਜਾਊਗਾ। ਇਸ ਲਈ ਇਹ ਸਮਾਂ ਤੁਹਾਡੇ ਲਈ ਬਿਲਕੁਲ ਗਵਾਉਣ ਦਾ ਨਹੀਂ ਹੈ। ਇਹ ਸਮਾਂ ਜਿਹੜਾ ਹੈਗਾ ਤੁਹਾਨੂੰ ਇਸ ਸਮੇਂ ਜਿਹੜਾ ਹੈਗਾ ਇਹ ਸਕਿੱਲ ਸਿੱਖਣ ਦਾ ਸਮਾਂ ਹੈ। ਔਰ ਅਗਰ ਤੁਸੀਂ ਇਹ ਸਕਿੱਲ ਸਿੱਖਦੇ ਹੋ ਤਾਂ ਤੁਹਾਨੂੰ ਉੱਥੇ ਜਾ ਕੇ ਬਹੁਤ ਜ਼ਿਆਦਾ ਜਿਹੜੀਆਂ ਨੇ ਉਹ ਹੈਲਪਫੁਲ ਹੋਣਗੀਆਂ। ਔਰ ਇਹ ਜਿਹੜਾ ਦੌਰ ਹੈ ਇਹ ਤੁਹਾਡੇ ਕੋਲ ਟਾਈਮ ਵੀ ਹੈ, ਕਿਉਂਕਿ ਤੁਸੀਂ ਪਹਿਲਾਂ ਹੀ ਜਿਹੜਾ ਐਗਜ਼ਾਮ ਦੇ ਬਰਡਨ ਤੋਂ ਮੁਕਤ ਹੋ ਚੁੱਕੇ ਹੋ। ਤੁਹਾਡਾ ਕੰਮ ਆ ਜਿਹੜਾ ਇਸ ਸਮੇਂ ਸਿਰਫ ਔਰ ਸਿਰਫ ਜਿਹੜੇ ਬੱਚੇ ਆਪਣੇ ਅਬਰੋਡ ਜਾਣਾ ਚਾਹੁੰਦੇ ਨੇ ਉਹਨਾਂ ਦਾ ਕੰਮ ਹੈਗਾ ਆਇਲਟਸ ਵੱਲ ਧਿਆਨ ਦੇਣਾ, ਔਰ ਜਿਹੜੀਆਂ ਸਕਿੱਲਸ ਨੇ ਉਹਦੇ ਵੱਲ ਧਿਆਨ ਦੇਣਾ, ਜਾਂ ਆਪਣੇ ਡਾਕੂਮੈਂਟਸ ਪੂਰੇ ਕਰਨੇ। ਇਹਦੇ ਨਾਲ ਹੀ ਕੁਛ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਜਿਹਦੇ ਨਾਲ ਵਿਦਿਆਰਥੀ ਉੱਥੇ ਜਾ ਕੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਵਾਪਸੀ ਕੁਛ ਕਮਾ ਲਿਆਉਣਾ ਪੈਂਦਾ। ਅਗਰ ਤੁਹਾਡਾ ਕੋਈ ਮੈਡੀਕਲ ਟਰੀਟਮੈਂਟ ਚੱਲ ਰਿਹਾ ਉਸ ਨੂੰ ਤੁਸੀਂ ਧਿਆਨ ਦੇ ਸਕਦੇ ਹੋ, ਕੋਈ ਤੁਹਾਡਾ ਡੈਂਟਲ ਟਰੀਟਮੈਂਟ ਹੈਗਾ ਉਸ ਨੂੰ ਤੁਸੀਂ ਜਿਹੜਾ ਹੈਗਾ ਕਰਵਾ ਸਕਦੇ ਹੋ, ਕਿਉਂਕਿ ਉੱਧਰ ਬਹੁਤ ਕੋਸਟਲੀ ਹੈ। ਸੋ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਨ੍ਹਾਂ 'ਤੇ ਧਿਆਨ ਦਿੱਤਾ ਜਾ ਸਕਦਾ। ਔਰ ਇਸ ਦੇ ਨਾਲ ਹੀ ਹੁਣ ਆਪਾਂ ਗੱਲ ਕਰਾਂਗੇ ਵੀ ਜਦੋਂ ਤੁਸੀਂ ਇੱਥੇ ਐਡਮਿਸ਼ਨ ਲੈਣੀ ਹੈ +2 ਤੋਂ ਬਾਅਦ ਤੁਹਾਡੇ ਕੋਲ ਜਿਹੜੇ 4 ਸਟਰੀਮ ਦੇ ਤੁਸੀਂ ਸਟੂਡੈਂਟਸ ਹੈਗੇ ਹੋ, ਸਾਇੰਸ ਸਟੂਡੈਂਟਸ ਹੋ, ਸਾਇੰਸ ਦੇ ਵਿੱਚੋਂ ਮੈਡੀਕਲ ਦੇ ਹੈਗੇ ਹੋ, ਮੈਡੀਕਲ ਦੇ ਨਾਲ ਨਾਨ ਮੈਡੀਕਲ ਦੇ ਹੈਗੇ ਹੋ। ਲੇਕਿਨ ਜਿਹੜੇ ਮੈਡੀਕਲ ਦੇ ਸਟੂਡੈਂਟਸ ਵੀ ਨੇ ਜਿਨ੍ਹਾਂ ਨੇ ਨਾਲ ਮੈਥਮੈਟਿਕਸ ਕੀਤਾ ਹੋਇਆ ਉਹਨਾਂ ਦੀ ਕੁਛ ਡਿਮਾਂਡ ਜ਼ਿਆਦਾ ਰਹਿੰਦੀ ਹੈ, ਕਿਉਂਕਿ ਅਕਸਰ ਦੇਖਣ ਦੇ ਵਿੱਚ ਆਇਆ ਗਿਆ ਜਿਹੜੇ ਫੋਰਨ ਕੰਟਰੀਜ਼ ਨੇ ਉੱਥੇ ਜਿਹੜੇ ਮੈਡੀਕਲ ਕੋਰਸਿਸ ਨੇ ਉਸ ਦੇ ਵਿੱਚ ਵੀ ਮੈਥ ਨੂੰ ਬੜੀ ਇੰਪੋਰਟੈਂਸ ਦਿੱਤੀ ਜਾਂਦੀ ਹੈ। ਸੋ ਜਿਹੜੇ ਸੁਪਰ ਮੈਡੀਕਲ ਦੇ ਸਟੂਡੈਂਟਸ ਨੇ ਜਿਨ੍ਹਾਂ ਨੇ ਨਾਲ ਐਡੀਸ਼ਨਲ ਮੈਥਮੈਟਿਕਸ ਕੀਤਾ ਹੋਇਆ ਉਹਨਾਂ ਲਈ ਵਿਸ਼ੇਸ਼ ਕੋਰਸ ਰਹਿੰਦੇ ਨੇ, ਕਿਉਂਕਿ ਜਿਹੜਾ ਮੈਥ ਹੈ ਉੱਥੇ ਜਿਹੜੀ ਮੈਡੀਕਲ ਹੈ ਇਹ ਵੀ ਟੈਕਨੋਲੋਜੀ ਦੇ ਨਾਲ ਆਧਾਰਿਤ ਹੁੰਦੀ ਹੈ। ਔਰ ਜਿਹੜੇ ਸਟੂਡੈਂਟਸ ਨਾਨ ਮੈਡੀਕਲ ਦੇ ਨੇ ਉਹ ਇੰਜੀਨੀਅਰਿੰਗ ਦੇ ਟ੍ਰੇਡਸ ਦੇ ਵਿੱਚ ਉੱਥੇ ਐਡਮਿਸ਼ਨ ਲੈ ਸਕਦੇ ਨੇ, ਔਰ ਜਿਹੜੇ ਕਮਰਸ ਦੇ ਨੇ ਉਹ ਬਿਜ਼ਨਸ ਤੇ ਅਕਾਊਂਟੈਂਸੀ ਨਾਲ ਸੰਬੰਧਿਤ ਕੋਰਸਿਸ ਲੈ ਸਕਦੇ ਨੇ। ਜਿਹੜੇ ਆਰਟਸ ਦੇ ਨੇ ਜਿਹੜੇ ਉਹ ਟੂਰਿਜ਼ਮ, ਆਰਟਸ ਐਂਡ ਸਾਇੰਸ, ਬਹੁਤ ਸਾਰੇ ਇਸ ਤਰ੍ਹਾਂ ਦੇ ਕੋਰਸਿਸ ਨੇ। ਹੁਣ ਤੁਹਾਡੀ ਚੁਆਇਸ ਹੈ ਵੀ ਤੁਸੀਂ ਡਿਪਲੋਮਾ ਕੋਰਸ ਕਰਨਾ ਚਾਹੁੰਦੇ ਹੋ ਜਾਂ ਡਿਗਰੀ ਕੋਰਸ ਕਰਨਾ ਚਾਹੁੰਦੇ ਹੋ। ਇਹ ਡਿਪੈਂਡ ਕਰਦਾ ਤੁਹਾਡੀ ਪੋਕਟ 'ਤੇ ਡਿਪੈਂਡ ਕਰਦਾ ਹੈ, ਤੁਹਾਡੇ ਸ਼ੌਂਕ 'ਤੇ ਡਿਪੈਂਡ ਕਰਦਾ ਹੈ। ਕਿਉਂਕਿ ਜਿਹੜੇ ਸਟੂਡੈਂਟ 10+2 ਤੋਂ ਬਾਅਦ ਮਾਈਗ੍ਰੇਟ ਹੋਣਾ ਚਾਹੁੰਦੇ ਨੇ, ਡਿਪਲੋਮਾ ਕੋਰਸ ਲੈਂਦੇ ਨੇ, ਤਾਂ ਉਹਨਾਂ ਦੀ ਤਕਰੀਬਨ ਫੀਸ ਜਿਹੜੀ ਹੈਗੀ ਹੈ 8 ਤੋਂ 10 ਲੱਖ ਰੁਪਏ 1 ਸਾਲ ਦੀ ਹੈ। 2 ਸਾਲ ਦਾ ਕੋਰਸ ਲੈਂਦੇ ਹੋ ਤਾਂ ਇੰਨੀ ਹੀ ਫੀਸ ਤੁਹਾਨੂੰ ਫਿਰ ਦੇਣੀ ਪੈਂਦੀ ਹੈ। ਇਸ ਤੋਂ ਇਲਾਵਾ ਲਗਭਗ 6 ਲੱਖ ਇੰਡੀਅਨ ਕਰੰਸੀ ਮੈਂ ਅਪਰੋਕਸੀਮੇਟਲੀ ਦੱਸ ਰਿਹਾ, ਉਹ ਤੁਹਾਨੂੰ GIC ਜੋ ਤੁਹਾਨੂੰ ਉੱਥੇ ਜਾ ਕੇ ਰਿਫੰਡ ਹੋ ਜਾਣਾ ਹੁੰਦਾ ਉਸ ਦੇ ਰੂਪ ਦੇਣਾ ਪੈਂਦਾ। ਯਾਨੀ ਕਿ ਇੱਕ ਜਿਹੜਾ ਸਟੂਡੈਂਟ ਹੈ ਜਿਹਨੇ ਆਪਾਂ ਕਹਿ ਸਕਦੇ ਹਾਂ 2 ਈਅਰ ਡਿਪਲੋਮਾ ਕੋਰਸ ਦੇ ਵਿੱਚ ਜਾਣਾ, ਉਸ ਨੂੰ ਲਗਭਗ 16-17 ਲੱਖ ਰੁਪਈਸ ਜਿਹੜਾ ਹੈਗਾ ਉਸ ਨੂੰ ਇਨੀਸ਼ੀਅਲੀ ਪੇ ਕਰਨਾ ਪੈਂਦਾ। ਅਤੇ ਇਸ ਦੇ ਲਈ ਤੁਹਾਡੇ ਕੋਲ ਪੇਰੈਂਟਸ ਦਾ ਜਿਹੜਾ ਇਸ ਤਰ੍ਹਾਂ ਦਾ ਕੋਈ ਰਿਕਾਰਡ ਨਹੀਂ ਦੇਖਿਆ ਜਾਂਦਾ ਵੀ ਉਹਨਾਂ ਦਾ ਫਾਈਨਾਂਸ ਦਾ ਰਿਕਾਰਡ ਆ, ਅਤੇ ਇਹ ਅਮਾਊਂਟ ਹੀ ਜਿਹੜੀ ਹੈਗੀ ਉਹਨਾਂ ਨੂੰ ਪੇ ਕਰਨੀ ਹੁੰਦੀ ਹੈ। ਲੇਕਿਨ ਅਗਰ ਤੁਸੀਂ ਡਿਗਰੀ ਕੋਰਸ ਦੇ ਵਿੱਚ ਜਾਂਦੇ ਹੋ ਤਾਂ ਇਹ ਐਕਸਪੈਂਸਿਸ ਨੇ ਜਿਹੜੇ 4 ਈਅਰਸ ਦੇ ਹੋ ਜਾਂਦੇ ਨੇ। 2 ਈਅਰਸ ਦਾ ਡਿਪਲੋਮਾ ਕਰਨ ਤੋਂ ਬਾਅਦ ਤੁਹਾਨੂੰ 3 ਈਅਰ ਦਾ ਵਰਕ ਪਰਮਿਟ ਮਿਲਦਾ। ਇਸੇ ਤਰ੍ਹਾਂ ਤੁਹਾਨੂੰ 4 ਈਅਰ ਜਿਹੜੀ ਹੈਗੀ ਹੈ ਡਿਗਰੀ ਕੋਰਸ ਕਰਨ ਤੋਂ ਬਾਅਦ ਵੀ ਤੁਹਾਨੂੰ 3 ਈਅਰ ਦਾ ਵਰਕ ਪਰਮਿਟ ਮਿਲਦਾ। ਸੋ ਬਹੁਤ ਸਾਰੇ ਸਟੂਡੈਂਟਸ ਦੀ ਇਹੋ ਜਿਹੀ ਚੁਆਇਸ ਹੁੰਦੀ ਹੈ ਜਿਹੜੇ ਫਾਈਨੈਂਸ਼ਲੀ ਆਪਦੇ ਪੇਰੈਂਟਸ ਦੇ ਖਿਆਲ ਰੱਖਣ ਦੇ ਮੂਡ ਨਾਲ, ਜਾਂ ਆਪਾਂ ਕਹਿ ਦਈਏ ਵੀ ਉਸ ਨੂੰ ਬਚਾਉਣ ਦੇ ਵਾਧੂ ਖਰਚੇ ਨੂੰ ਬਚਾਉਣ ਦੇ ਮੂਡ ਨਾਲ ਉਹ ਪਹਿਲਾਂ ਸਰਟੀਫਿਕੇਟ ਕੋਰਸ ਦੇ ਵਿੱਚ ਦਾਖਲਾ ਲੈਂਦੇ ਨੇ, ਉਸ ਤੋਂ ਬਾਅਦ ਫਿਰ ਉਹ PR ਲਈ ਟਰਾਈ ਕਰਦੇ ਨੇ, ਫਿਰ ਉਸ ਤੋਂ ਬਾਅਦ ਉੱਥੇ ਸੈਟਲ ਹੋਣ ਤੋਂ ਬਾਅਦ ਫਿਰ ਅੱਗੇ ਫਰਦਰ ਆਪਣੀ ਪੜ੍ਹਾਈ ਸਟਾਰਟ ਕਰ ਦਿੰਦੇ ਨੇ। ਪਰ ਬਹੁਤ ਸਾਰੇ ਸਟੂਡੈਂਟਸ ਇਹੋ ਜਿਹੇ ਹੁੰਦੇ ਨੇ ਜਿਹੜੇ ਐਂਬੀਸ਼ੀਅਸ ਹੁੰਦੇ ਨੇ, ਜਿਨ੍ਹਾਂ ਦੇ ਪੇਰੈਂਟਸ ਨੇ ਜਿਹੜੇ ਉਹ ਫਾਈਨੈਂਸ਼ੀਅਲੀ ਸਾਊਂਡ ਹੁੰਦੇ ਨੇ, ਅਤੇ ਉਹ ਉਹਨਾਂ ਦਾ ਪਰਪਸ ਇਕੱਲਾ PR ਨਾ ਲੈਣਾ ਹੋ ਕੇ ਨਾਲ ਅੱਛੀਆਂ ਯੂਨੀਵਰਸਿਟੀਆਂ 'ਚ ਸਟੱਡੀ ਕਰਨਾ ਵੀ ਹੁੰਦਾ ਹੈ। ਤਾਂ ਉਹ ਕੇਸ ਦੇ ਵਿੱਚ ਜਿਹੜਾ ਹੈਗਾ ਡਿਗਰੀ ਕੋਰਸਿਸ ਚੂਜ਼ ਕੀਤੇ ਜਾ ਸਕਦੇ ਨੇ। ਲੇਕਿਨ ਦੋਨਾਂ ਸਟੇਜਸ ਦੇ ਵਿੱਚ ਆਇਲਟਸ ਦੇ ਵਿੱਚੋਂ ਸਾਰੇ ਮੋਡਿਊਲਸ ਦੇ ਵਿੱਚੋਂ ਜਿਹੜਾ ਹੈਗਾ ਉਹ ਐਟਲੀਸਟ 6 ਈਚ ਜਿਹੜਾ ਹੈਗਾ ਉਹ ਬੈਂਡ ਜ਼ਰੂਰੀ ਨੇ। ਇਸ ਤੋਂ ਘੱਟ ਦੇ ਕੋਈ ਚਾਂਸਿਸ ਹੁਣ ਅੱਜ ਕੱਲ੍ਹ ਨਹੀਂ ਰਹੇ। ਬਹੁਤ ਸਾਰੇ ਸਟੂਡੈਂਟ ਪੁੱਛਦੇ ਹੁੰਦੇ ਨੇ ਵੀ ਅਗਰ ਇੱਕ ਦੇ ਵਿੱਚ 5.5 ਹੋਣ ਤਾਂ ਬਹੁਤ ਘੱਟ ਪੋਸੀਬਿਲਿਟੀਜ਼ ਰਹਿ ਜਾਂਦੀਆਂ ਨੇ, ਕਿਉਂਕਿ ਜਿਹੜੇ ਹਾਲਾਤ ਨੇ ਇੰਟਰਨੈਸ਼ਨਲੀ ਇਹੋ ਜਿਹੇ ਬਣੇ ਹੋਏ ਨੇ ਤਾਂ ਬਹੁਤ ਸਾਰੇ ਸਟੂਡੈਂਟਸ ਜ਼ਿਆਦਾ ਇੱਛੁਕ ਨੇ ਬਾਹਰ ਅਬਰੋਡ ਜਾਣ ਦੇ। ਤਾਂ ਉਹੋ ਜਿਹੀ ਸਟੇਜ ਦੇ ਵਿੱਚ ਜਿਹੜੇ ਨੇ ਤਾਂ ਇਹ ਜਿਹੜਾ ਕੰਪੀਟੀਸ਼ਨ ਤਰ੍ਹਾਂ ਹੋ ਜਾਂਦਾ ਇੱਕ ਤਰ੍ਹਾਂ ਨਾਲ। ਇਸ ਲਈ ਬੈਂਡ ਜਿਹੜੀ ਰਿਕੁਆਇਰਮੈਂਟ ਹੈਗੀ ਆ ਤੁਹਾਡੀ ਉਹ ਲਾਜ਼ਮੀ ਹੈ। ਉਸ ਤੋਂ ਬਾਅਦ ਤੁਹਾਡੀ ਜਿਹੜੇ 10+2 ਦੀ ਪਰਸੈਂਟੇਜ ਹੈ, ਖਾਸ ਤੌਰ 'ਤੇ ਕਿਸੇ ਖਾਸ ਸਬਜੈਕਟਾਂ ਦੀ ਪਰਸੈਂਟੇਜ ਜਿਹੜੀ ਉਹ ਬੜੇ ਮਾਇਨੇ ਰੱਖਦੀ ਹੈ। ਬਹੁਤ ਸਾਰੇ ਸਟੂਡੈਂਟਸ ਦੇ ਬੜੇ ਸਵਾਲ ਹੁੰਦੇ ਨੇ ਜਿਹੜੇ ਅੱਜ ਦੇ ਇਸ ਬੇਸਿਕ ਸੈਸ਼ਨ ਦੇ ਵਿੱਚ ਬਹੁਤ ਜ਼ਿਆਦਾ ਆਨਸਰ ਨਹੀਂ ਦਿੱਤੇ ਜਾਣਗੇ, ਅਤੇ ਇਹ ਜਿਹੜੇ ਸੈਸ਼ਨ ਆ ਇਹ ਕੰਟੀਨਿਊ ਰਹਿਣਗੇ।
ਲੇਕਿਨ ਮੈਂ ਇਹਨਾਂ ਦੱਸ ਦੇਣਾ ਚਾਹੁੰਦਾ ਵੀ ਜਿਹੜੇ ਸਟੂਡੈਂਟਸ ਨੇ ਜਦੋਂ ਉਹ ਕਾਲਜ ਚੂਜ਼ ਕਰਦੇ ਨੇ ਜਾਂ ਕੋਰਸ ਚੂਜ਼ ਕਰਦੇ ਨੇ, ਇੱਕ ਗੱਲ ਦਾ ਬੜਾ ਖਿਆਲ ਰੱਖਣਾ ਹੁੰਦਾ, ਉਹ ਹੁੰਦਾ ਰੈਲੇਵੈਂਟ ਕੋਰਸ। ਬਹੁਤ ਸਾਰੇ ਸਟੂਡੈਂਟਸ ਇਹੋ ਜਿਹੇ ਹੁੰਦੇ ਨੇ, ਉਹ ਜਲਦੀ ਦੇ ਚੱਕਰ ਦੇ ਵਿੱਚ ਜਾਂ ਆਫਰ ਲੈਟਰ ਲੈਣ ਦੇ ਚੱਕਰ ਵਿੱਚ ਇਹੋ ਜਿਹਾ ਆਫਰ ਲੈਟਰ ਐਕਸੈਪਟ ਕਰ ਲੈਂਦੇ ਨੇ ਜਿਹੜਾ ਉਹਨਾਂ ਦੀ ਸਟੱਡੀ ਦੇ ਨਾਲ ਮੇਲ ਨਹੀਂ ਖਾਂਦਾ ਹੁੰਦਾ। ਤਾਂ ਅਜਿਹੇ ਹਾਲਤ ਦੇ ਵਿੱਚ ਫਿਰ ਉਸ ਦਾ ਜਿਹੜਾ ਵੀਜ਼ਾ ਅਪਰੂਵਲ ਹੈਗੀ ਹੈ ਉਹ ਕਾਫੀ ਟਫ ਹੋ ਜਾਂਦੀ ਹੈ। ਸੋ ਇਸ ਲਈ ਇਸ ਤੋਂ ਬਾਅਦ ਬੜੀ ਇਹ ਸਮਝਦਾਰੀ ਹੁੰਦੀ ਹੈ ਵੀ ਤੁਸੀਂ ਜਿਹੜਾ ਹੈਗਾ ਕਿਹੋ ਜਿਹਾ ਕੋਰਸ ਚੂਜ਼ ਕਰਨਾ। ਉਹ ਕੋਰਸ ਤੁਹਾਡੇ +2 ਦੇ ਸਬਜੈਕਟਸ ਦੇ ਨਾਲ ਰੈਲੇਵੈਂਟ ਹੋਣਾ ਚਾਹੀਦਾ। ਸੋ ਇਸ ਦੇ ਲਈ ਤੁਹਾਨੂੰ ਚਾਹੀਦਾ ਵੀ ਤੁਸੀਂ ਜਿਹੜੇ ਮਾਹਰ ਨੇ, ਜਿਹੜੇ ਐਜੂਕੇਸ਼ਨਿਸਟ ਨੇ, ਉਹਨਾਂ ਦੀ ਗਾਈਡੈਂਸ ਲਓ, ਨਾ ਕਿ ਤੁਸੀਂ ਆਪਣੇ। ਬਹੁਤ ਸਾਰੇ ਸਟੂਡੈਂਟ ਇਹੋ ਜਿਹੇ ਫੈਸਲੇ ਲੈ ਲੈਂਦੇ ਨੇ ਵੀ ਮੇਰੇ ਫਰੈਂਡ ਉਸ ਕਾਲਜ ਦੇ ਵਿੱਚ ਗਿਆ, ਮੈਂ ਉੱਥੇ ਹੀ ਜਾਣਾ ਹੈਗਾ, ਉਹਨੇ ਇਸ ਕੋਰਸ ਲੈ ਲਿਆ, ਉਹੀ ਕੋਰਸ ਲੈ ਲੈਣਾ ਹੈ। ਸੋ ਇਸ ਤਰ੍ਹਾਂ ਦਾ ਸੋਚਣਾ ਜਿਹੜਾ ਹੈਗਾ ਉਹ ਇੰਡੀਆ ਵਿੱਚ ਤਾਂ ਪੋਸੀਬਲ ਹੋ ਸਕਦਾ ਸੀ, ਲੇਕਿਨ ਜੇਕਰ ਤੁਸੀਂ ਅਬਰੋਡ ਦਾ ਮਨ ਬਣਾ ਚੁੱਕੇ ਹੋ ਤਾਂ ਉੱਥੇ ਇਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ। ਉੱਥੇ ਤੁਹਾਨੂੰ ਆਪਣੇ ਸਬਜੈਕਟਸ ਦੇ ਅਕੋਰਡਿੰਗਲੀ ਹੀ ਜਿਹੜਾ ਹੈਗਾ ਜਾਣਾ ਪੈਂਦਾ। ਅੱਗੇ ਹੋਰ ਬਹੁਤ ਸਾਰੀਆਂ ਚੋਇਸਿਸ ਹੁੰਦੀਆਂ ਨੇ ਵੀ ਤੁਸੀਂ ਅੱਗੇ ਕਿਹੜੇ ਏਰੀਆ ਵਿੱਚ ਜਾਣਾ ਚਾਹੁੰਦਾ, ਉੱਥੇ ਤੁਸੀਂ ਤੁਹਾਡਾ ਕੀ ਰਿਸੋਰਸਿਸ ਨੇ, ਤੁਹਾਡੇ ਕੌਣ ਰਿਲੇਟਿਵ ਨੇ, ਬਹੁਤ ਸਾਰੀਆਂ ਗੱਲਾਂ ਮਾਇਨੇ ਰੱਖਦੀਆਂ ਨੇ, ਬਹੁਤ ਸਾਰੀਆਂ ਬਿਲਕੁਲ ਮਾਇਨੇ ਨਹੀਂ ਰੱਖਦੀਆਂ। ਸੋ ਉਹ ਅੱਗੇ ਫਰਦਰ ਅੱਗੇ ਸਟੱਡੀ ਕਰਨਾ ਪੈਂਦਾ ਵੀ ਜਿਹੜੇ ਏਰੀਆ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ, ਸੈਟਲ ਹੋਣਾ ਚਾਹੁੰਦੇ ਹੋ, ਕਿੰਨਾ ਕੁ ਐਕਸਪੈਂਸਿਸ ਹੈ ਉੱਥੇ ਮੀਟ ਕਰਨੇ ਪੈਂਦੇ ਨੇ ਤੁਹਾਨੂੰ, ਕਿੰਨਾ ਕੁ ਉੱਥੇ ਕੰਮ ਅਵੇਲੇਬਲ ਹੈ। ਸਾਰੀਆਂ ਗੱਲਾਂ ਨੇ ਜਿਹੜੀਆਂ ਇਹ ਇੱਕ ਅਲੱਗ ਤੋਂ ਇੱਕ ਵੱਖਰਾ ਵਿਸ਼ਾ ਹੈ ਜਿਹੜਾ ਕਿ ਬਹੁਤ ਵਿਸ਼ਾਲ ਜਿਹੜੀ ਸਟੱਡੀ ਅਤੇ ਕਾਉਂਸਲਿੰਗ ਦੀ ਲੋੜ ਮਹਿਸੂਸ ਹੁੰਦੀ ਹੈ। ਤੋ ਸਟੂਡੈਂਟਸ, ਮੈਂ ਤੁਹਾਨੂੰ ਇੱਕ ਖਾਸ ਤੌਰ 'ਤੇ ਇੱਥੇ ਗੱਲ ਦੱਸਣੀ ਚਾਹੁੰਦਾ ਕਿ ਜ਼ਰੂਰੀ ਨਹੀਂ ਵੀ ਜਿਹੜੀਆਂ ਚੀਜ਼ਾਂ ਤੁਹਾਡੇ ਲਈ ਢੁਕਵੀਆਂ ਹੋਣ ਉਹ ਤੁਹਾਡੇ ਫਰੈਂਡਸ ਲਈ ਵੀ ਹੋਣ, ਜਾਂ ਜਿਹੜੀਆਂ ਉਹਨਾਂ ਲਈ ਹੋਣ ਤੁਹਾਡੇ ਲਈ ਵੀ ਹੋਣ। ਇਸ ਲਈ ਹਰੇਕ ਸਟੂਡੈਂਟ ਦੀ ਸਿਚੁਏਸ਼ਨ ਵੱਖਰੀ ਵੱਖਰੀ ਹੁੰਦੀ ਹੈ, ਹਰੇਕ ਦਾ ਪਰਿਵਾਰਕ ਮਾਹੌਲ ਵੱਖਰਾ ਵੱਖਰਾ ਹੁੰਦਾ ਅਤੇ ਹਰ ਇੱਕ ਸਟੂਡੈਂਟ ਦੇ ਇਕਨੋਮਿਕ ਹਾਲਾਤ ਵੱਖਰੇ ਵੱਖਰੇ ਹੁੰਦੇ ਨੇ, ਹਰੇਕ ਦਾ ਉੱਥੇ ਜਾਣ ਦਾ ਮਿਸ਼ਨ ਵੱਖਰਾ ਵੱਖਰਾ ਹੁੰਦਾ। ਇਸ ਲਈ ਤੁਹਾਨੂੰ ਆਪਦੀ ਇੰਡੀਵਿਜੂਅਲ ਜਿਹੜੀ ਕਾਉਂਸਲਿੰਗ ਜਿਹੜੀ ਹੈਗੀ ਆ ਕਰਵਾ ਲੈਣੀ ਚਾਹੀਦੀ ਹੈ, ਔਰ ਤੁਹਾਨੂੰ ਜਿਹੜਾ ਹੈਗਾ ਐਕਸਪਰਟਸ ਨੂੰ ਮਿਲ ਕੇ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਲੈ ਲੈਣੇ ਚਾਹੀਦੇ ਨੇ। ਸੋ ਮੈਂ ਇਸ ਸੈਸ਼ਨ ਦੇ ਵਿੱਚ ਅੱਜ ਸਿਰਫ ਇਹੀ ਕੋਸ਼ਿਸ਼ ਕੀਤੀ ਹੈ ਵੀ ਤੁਹਾਨੂੰ ਤੁਹਾਡੇ +2 ਦਾ ਰਿਜ਼ਲਟ ਪ੍ਰੋਸੈਸ ਕਰਨ ਦਾ ਮੈਥਡ ਦੱਸਦੇ ਹਾਂ। ਉਸ ਦੇ ਨਾਲ ਹੀ ਦੱਸਿਆ ਜਾਵੇ ਵੀ 31 ਜੁਲਾਈ ਨੂੰ ਤੁਹਾਡਾ ਰਿਜ਼ਲਟ ਜਿਹੜਾ ਹੈਗਾ ਅਨਾਉਂਸ ਹੋ ਜਾਣਾ। ਰਿਜ਼ਲਟ ਅਨਾਉਂਸ ਹੋਣ ਦੇ ਨਾਲ ਤੁਹਾਨੂੰ ਕਿਸੇ ਵੀ ਬਾਹਰਲੀ ਯੂਨੀਵਰਸਿਟੀ ਦੇ ਵਿੱਚ, ਜਿਵੇਂ ਬਹੁਤ ਸਾਰੇ ਸਟੂਡੈਂਟਸ ਵੱਲੋਂ ਇਹ ਖਤਰਾ ਮਹਿਸੂਸ ਕੀਤਾ ਜਾ ਰਿਹਾ ਵੀ ਸ਼ਾਇਦ ਸਾਨੂੰ ਉੱਥੇ ਜਾ ਕੇ ਕੋਈ ਵੱਖਰਾ ਹੋਰ ਕਿਸਮ ਦਾ ਜਿਹੜਾ ਹੈਗਾ ਅਕੈਡਮਿਕ ਟੈਸਟ ਦੇਣਾ ਪਊਗਾ, ਇਸ ਤਰ੍ਹਾਂ ਦੀ ਕੋਈ ਵੀ ਬਿਲਕੁਲ ਰਿਪੋਰਟ ਨਹੀਂ ਹੈ, ਕਿਉਂਕਿ ਜੋ ਫਾਰਮੂਲਾ ਦਿੱਤਾ ਗਿਆ CBSE ਵੱਲੋਂ ਉਹ ਬਹੁਤ ਹੀ ਸਿਧਾਂਤਕ ਦਿੱਤਾ ਗਿਆ। ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਕਾਲਜ ਜਾਂ ਯੂਨੀਵਰਸਿਟੀ ਵੱਲੋਂ ਤੁਹਾਡੇ ਅਕੈਡਮਿਕ ਅਚੀਵਮੈਂਟ ਨੂੰ ਲੈ ਕੇ ਕੋਈ ਕਿੰਤੂ ਪਰੰਤੂ ਹੋਊਗਾ, ਕਿਉਂਕਿ ਇਹ ਬੜਾ ਸਵਾਲ ਜਿਹੜਾ ਸੀਗਾ ਇਹ ਪੁੱਛਿਆ ਜਾ ਰਿਹਾ ਸੀ ਵੱਖ-ਵੱਖ ਸਟੂਡੈਂਟਸ ਦੇ ਵੱਲੋਂ ਵੀ ਕੀ ਸਾਡਾ ਇਹ ਰਿਜ਼ਲਟ ਬਾਹਰਲੇ ਯੂਨੀਵਰਸਿਟੀਆਂ 'ਚ ਮੰਨਿਆ ਜਾਊਗਾ, ਬਾਹਰਲੇ ਕਾਲਜਸ ਨੂੰ ਐਕਸੈਪਟ ਕਰਨਗੇ। ਤਾਂ ਇਹਦਾ ਜਵਾਬ ਅਜੇ ਤੱਕ ਹਾਂ ਹੈ, ਕਿਉਂਕਿ ਇਹ ਜਿਹੜੀ ਕੋਵਿਡ ਦੀ ਸਿਚੁਏਸ਼ਨ ਹੈ ਇਹ ਇਕੱਲੇ ਇੰਡੀਆ ਦੇ ਵਿੱਚ ਨਹੀਂ ਹੈ, ਇਹ ਪੂਰੇ ਵਰਲਡ ਦੇ ਵਿੱਚ ਹੈ। ਦੂਸਰੀ ਗੱਲ, ਜਿਸ ਤਰੀਕੇ ਨਾਲ ਤੁਹਾਡਾ ਰਿਜ਼ਲਟ ਪ੍ਰੋਸੈਸ ਹੋਇਆ ਇੰਡੀਆ ਦੇ ਵਿੱਚ ਇਸ ਵਾਰ, ਤੇ ਫੋਰਨ ਕੰਟਰੀ ਵਿੱਚ ਆਲਵੇਜ਼ ਹੀ ਇਸ ਤਰ੍ਹਾਂ ਹੀ ਅਸੈਸ ਹੁੰਦਾ। ਉੱਥੇ ਜਿਹੜੇ ਤੁਹਾਡੇ ਸਾਰੇ ਇੰਟਰਨਲ ਐਗਜ਼ਾਮੀਨੇਸ਼ਨ ਹੁੰਦੇ ਨੇ, ਇੰਟਰਨਲ ਟੈਸਟ ਹੁੰਦੇ ਨੇ, ਉਸ ਦੇ ਬੇਸਿਸ 'ਤੇ ਰਿਜ਼ਲਟ ਹੁੰਦੇ ਨੇ। ਉੱਥੇ ਫਾਈਨਲ ਐਗਜ਼ਾਮ ਨਾਂ ਦੀ ਕੋਈ ਐਸੀ ਬਹੁਤ ਖਾਸ ਚੀਜ਼ ਨਹੀਂ ਹੁੰਦੀ। ਸੋ ਇਸ ਲਈ ਇਸ ਗੱਲ ਨੂੰ ਲੈ ਕੇ ਕੋਈ ਤੁਹਾਨੂੰ ਘਬਰਾਹਟ ਕਰਨ ਦੀ ਜ਼ਰੂਰਤ ਨਹੀਂ ਹੈ। ਔਰ ਇਸ ਦੇ ਨਾਲ ਹੀ ਮੈਂ ਇੱਕ ਹੋਰ ਬਹੁਤ ਜਿਹੜੀ ਵਾਜਬ ਸਲਾਹ ਤੁਹਾਨੂੰ ਦੇਣੀ ਚਾਹੁੰਦਾ, ਜਿਸ ਤਰ੍ਹਾਂ ਤੁਹਾਡਾ 31 ਜੁਲਾਈ ਨੂੰ ਰਿਜ਼ਲਟ ਆ ਜਾਏਗਾ, ਬਹੁਤ ਸਾਰੇ ਸਟੂਡੈਂਟਸ ਮਨ ਬਣਾ ਚੁੱਕੇ ਹੁੰਦੇ ਨੇ ਉਸ ਤੋਂ ਬਾਹਰ ਜਾਣਾ ਹੀ ਹੈ, ਉਹ ਇਸ ਚੱਕਰ ਦੇ ਵਿੱਚ ਕਿਸੇ ਵੀ ਕੋਰਸ ਦੇ ਵਿੱਚ ਐਡਮਿਸ਼ਨ ਨਹੀਂ ਲੈਂਦੇ, ਕਿਉਂਕਿ ਮੈਂ ਜਿਵੇਂ ਪਹਿਲਾਂ ਗੱਲ ਕਰ ਚੁੱਕਿਆ ਵੀ ਤੁਹਾਡਾ ਇਨਟੇਕ ਘੱਟੋ ਘੱਟ ਜਨਵਰੀ ਹੋਊਗਾ, ਤਾਂ ਤੁਹਾਡੇ ਕੋਲ ਜੁਲਾਈ ਤੋਂ ਲੈ ਕੇ ਅਗਸਤ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ 5-6 ਮਹੀਨੇ ਹੋਣਗੇ। ਅਗਰ ਤੁਹਾਨੂੰ ਜਨਵਰੀ ਇਨਟੇਕ ਸਕਿਪ ਹੋ ਜਾਂਦੇ ਕਿਸੇ ਤਰੀਕੇ ਨਾਲ ਤਾਂ ਹੋ ਸਕਦਾ ਤੁਹਾਨੂੰ ਮਈ ਤੱਕ ਵੇਟ ਕਰਨਾ ਪਵੇ। ਅਜਿਹੇ ਹਾਲਾਤ ਵਿੱਚ ਮੈਂ ਰਿਕਮੈਂਡ ਨਹੀਂ ਕਰੂੰਗਾ ਵੀ ਤੁਸੀਂ ਬਿਲਕੁਲ ਘਰ ਬੈਠੋ, ਤੁਸੀਂ ਕਿਸੇ ਕਾਲਜ ਦੇ ਵਿੱਚ, ਤੁਸੀਂ ਕਿਸੇ ਕੋਰਸ ਦੇ ਵਿੱਚ ਦਾਖਲਾ ਨਾ ਲਵੋ। ਸੋ ਮੇਰੀ ਰਿਕਮੈਂਡੇਸ਼ਨ ਇਹ ਹੋਊਗੀ ਵੀ ਤੁਸੀਂ ਕੋਸ਼ਿਸ਼ ਕਰੋ, ਅਗਰ ਤੁਹਾਡਾ ਬਿਲਕੁਲ ਇਰਾਦਾ ਪੱਕਾ, ਫਿਰ ਤੁਸੀਂ ਕੋਸ਼ਿਸ਼ ਕਰੋ ਇੱਥੇ ਕੋਈ ਸ਼ਾਰਟ ਟਰਮ ਕੋਰਸ ਕਰ ਲਓ, 6 ਮੰਥ ਦਾ ਕੋਰਸ ਕਰ ਲਓ, ਕੋਈ 1 ਈਅਰ ਦਾ ਕੋਰਸ ਕਰ ਲਓ। ਜਿਵੇਂ ITI ਦੇ ਵਿੱਚ ਇੱਕ ਪਲੰਬਰ ਦਾ ਕੋਰਸ ਹੁੰਦਾ, ਉਹ 1 ਈਅਰ ਦਾ ਹੋ ਸਕਦਾ ਤੁਹਾਡੇ ਇੱਥੇ ਰਹਿੰਦੇ ਰਹਿੰਦੇ ਪੂਰਾ ਹੋ ਜੇ। ਅਗਰ ਤੁਸੀਂ ਇਸ ਤਰ੍ਹਾਂ ਦਾ ਨਹੀਂ ਹੈਗਾ, ਤੁਸੀਂ ਡਿਊਲਟੀ ਦੇ ਵਿੱਚੋਂ, ਦੁਬਿਧਾ ਦੇ ਵਿੱਚੋਂ ਤੁਸੀਂ ਸੋਚਦੇ ਹੋ ਮੈਂ ਬਾਹਰ, ਜੇ ਮੈਨੂੰ ਬਣ ਗਿਆ ਕੰਮ ਤਾਂ ਬਾਹਰ ਚਲਾ ਜਾਊਂਗਾ, ਨਹੀਂ ਮੈਂ ਇੱਥੇ ਅੱਛਾ ਕੋਰਸ ਕਰੂੰਗਾ, ਫਿਰ ਤੁਹਾਨੂੰ ਉਸ ਅੱਛੇ ਕੋਰਸ ਦੇ ਵਿੱਚ ਕੋਈ 3 ਈਅਰ 4 ਈਅਰ ਜੋ ਤੁਸੀਂ ਕਰਨਾ ਚਾਹੁੰਦੇ ਸੀ ਇੰਡੀਆ ਦੇ ਵਿੱਚ ਰਹਿੰਦੇ ਹੋਏ,
ਫਿਰ ਤੁਹਾਨੂੰ ਉਸ ਦੇ ਵਿੱਚ ਐਡਮਿਸ਼ਨ ਲੈ ਲੈਣੀ ਚਾਹੀਦੀ ਆ, ਤਾਂ ਕਿ ਤੁਹਾਡਾ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ। ਕਿਉਂਕਿ ਇੱਥੇ ਇਹ ਵੀ ਕੁਝ ਕਹਿਣਾ ਵਾਜਬ ਨਹੀਂ ਹੋਊਗਾ ਕਿ ਜਿਹੜੀ ਕੋਵਿਡ ਸਿਚੁਏਸ਼ਨ ਹੈ ਕਿੰਨਾ ਲੰਬਾ ਚੱਲੇਗੀ ਅਤੇ ਕਦੋਂ ਖਤਮ ਹੋਏਗੀ, ਇਸ ਦੇ ਬਾਰੇ ਕੋਈ ਵੀ ਕੰਟਰੀ, ਕੋਈ ਵੀ ਆਰਗੇਨਾਈਜੇਸ਼ਨ ਕੁਝ ਨਹੀਂ ਕਹਿ ਸਕਦੀ। ਸੋ ਇਸ ਲਈ ਹੋਰ ਲਾਜ਼ਮੀ ਬਣ ਜਾਂਦਾ ਹੈ ਵੀ ਤੁਸੀਂ ਆਪਦਾ ਕਿਸੇ ਰੈਗੂਲਰ ਕੋਰਸ ਦੇ ਵਿੱਚ ਐਡਮਿਸ਼ਨ ਜ਼ਰੂਰ ਲੈ ਕੇ ਰੱਖੋ। ਸੋ ਇਸ ਲਈ ਇਹ ਜਿਹੜੀਆਂ ਜਾਣਕਾਰੀ ਸੀ ਤੁਹਾਡੇ ਨਾਲ ਜਿਹੜੀ ਹੈਗੀ ਆ ਅੱਜ ਸਾਂਝੀ ਕੀਤੀ ਗਈ ਹੈ। ਉਮੀਦ ਹੈ ਵੀ ਅੱਜ ਇਹ ਜਿਹੜੀ ਬੇਸਿਕ ਜਾਣਕਾਰੀ ਹੈ ਇਸ ਦੇ ਵਿੱਚ ਮੈਂ ਫਿਰ ਤੋਂ ਰਿਪੀਟ ਕਰ ਦਿਆਂ, ਬਹੁਤ ਸਾਰੇ ਕੰਮ ਨੇ ਜਿਹੜੇ ਤੁਹਾਨੂੰ ਅੱਜ ਤੋਂ ਹੀ ਸਟਾਰਟ ਕਰ ਦੇਣੇ ਚਾਹੀਦੇ ਨੇ। ਬਹੁਤ ਸਾਰੇ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਆਈਲੈਟਸ ਐਗਜ਼ਾਮੀਨੇਸ਼ਨ ਦੇਣ ਦੇ ਲਈ ਪਾਸਪੋਰਟ ਦੀ ਜ਼ਰੂਰਤ ਪੈਂਦੀ ਹੈ, ਨਹੀਂ ਅਪਲਾਈ ਕੀਤਾ ਕੱਲ੍ਹ ਹੀ ਕਰੋ। ਔਰ ਅਗਰ ਦੂਸਰੇ ਡਾਕੂਮੈਂਟਸ ਨੇ ਹੌਲੀ ਹੌਲੀ ਉਹ ਤਿਆਰ ਕਰਨੇ ਸ਼ੁਰੂ ਕਰੋ। ਪੈਨ ਕਾਰਡ ਹੈ ਦਾ, ਤੁਹਾਡੇ ਪਿਤਾ ਜੀ ਦਾ, ਮਾਤਾ ਜੀ ਦਾ ਪੈਨ ਕਾਰਡ ਹੈ, ਤੁਹਾਡੇ ਬੈਂਕ ਅਕਾਊਂਟਸ ਨੇ, ਹੋਰ ਇਹੋ ਜਿਹਾ ਕੁਛ ਹੈ। ਨਾਲ ਹੀ ਤੁਸੀਂ ਜਿਵੇਂ ਮੈਂ ਰਿਕਮੈਂਡ ਕੀਤਾ ਵੀ ਉਹਦੇ ਸਕਿੱਲਸ ਸਿੱਖਣੇ ਸ਼ੁਰੂ ਕਰੋ। ਤੋ ਇਹ ਸਾਰਾ ਕੁਛ ਕਰਦੇ ਹੋਏ ਉਮੀਦ ਕਰਦੇ ਹਾਂ ਤੁਸੀਂ ਆਪਦੇ ਜਿਹੜੇ ਟਾਰਗੇਟਸ ਨੇ, ਤੁਹਾਡਾ ਏਮ ਹੈਗਾ, ਉਸ ਨੂੰ ਤੁਸੀਂ ਅਚੀਵ ਕਰੋਗੇ। ਪਰਮਾਤਮਾ ਤੁਹਾਨੂੰ ਖੁਸ਼ ਰੱਖੇ। ਧੰਨਵਾਦ।